ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਨੇ। ਲੜੀਵਾਰ ਜੋ ਇਤਿਹਾਸ ਕਥਾ ਸਾਖੀਆਂ ਆਪ ਜੀ ਸਰਵਣ ਕਰ ਰਹੇ ਹੋ। ਮਹਾਨ ਵਿਦਵਾਨ ਅਤੀ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ, ਇਹ ਗ੍ਰੰਥ ਦੀਆਂ ਜੋ ਵਾਰਤਕ ਸਾਖੀਆਂ ਨੇ ਉਹ ਸਰਵਣ ਕਰਦਿਆਂ ਹੋਇਆਂ ਕੱਲ੍ਹ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਪ੍ਰਸੰਗ ਮਾਤਾ ਸਾਹਿਬ ਦੇਵਾ ਕੌਰ ਦੇ ਨਾਲ ਆਨੰਦ ਕਾਰਜ ਔਰ ਖਾਲਸਾ ਪੰਥ ਰੂਪ ਪੁੱਤਰ ਮਾਤਾ ਜੀ ਨੂੰ ਬਖਸ਼ਿਆ। ਇਸੇ ਤਰ੍ਹਾਂ ਹੀ ਇੱਕ ਦਿਨ ਗੁਰੂ ਸਾਹਿਬ ਜੀ ਦੇ ਦੀਵਾਨ ਵਿੱਚ ਇੱਕ ਸੰਤ ਨੇ ਆ ਕੇ ਕਿਸੇ ਪੰਛੀ ਦੇ ਖੰਭ ਗੁਰੂ ਸਾਹਿਬ ਜੀ ਦੇ ਅੱਗੇ ਭੇਟਾ ਰੱਖੇ ਔਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸਾਂ ਦੁਸ਼ਟਾਂ ਦੇ ਮਾਰਨ ਵਾਸਤੇ ਅਵਤਾਰ ਧਾਰਿਆ ਹੈ। ਜਿਸ ਤੀਰ ਨੂੰ ਇਹ ਖੰਭ ਤੁਸੀਂ ਬੰਨੋਗੇ ਉਹੀ ਵੈਰੀ ਨੂੰ ਮਾਰ ਕੇ ਤੁਹਾਡੇ ਪਾਸ ਆਇਆ ਜਾ ਕਰਨਗੇ। ਇੰਨਾ ਕਹਿ ਕਰਕੇ ਨਮਸਕਾਰ ਕਰਕੇ ਉਹ ਸੰਤ ਚਲਿਆ ਗਿਆ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਬ੍ਰਿਧ ਮੂਰਤ ਸਾਧੂ ਕੌਣ ਸੀ? ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੱਖੋ ਇਹ ਨਾਰਦ ਸੀ। ਗੁਰੂ ਸਾਹਿਬ ਨੇ ਫਿਰ ਉਹ ਖੰਭ ਜੜਵਾ ਕੇ ਜਦੋਂ ਤੀਰ ਚਲਾਇਆ ਐਸਾ ਆਕਾਸ਼ ਵਿੱਚ ਗਿਆ, ਮੁੜ ਕੇ ਨਹੀਂ ਆਇਆ। ਦੂਜਾ ਚਲਾਇਆ ਉਹ ਵੀ ਨਹੀਂ ਆਇਆ। ਇਸੇ ਤਰ੍ਹਾਂ ਪੰਜੇ ਤੀਰ ਚਲਾਤੇ, ਪੰਜੇ ਹੀ ਆਕਾਸ਼ ਵਿੱਚ ਭੇਜਤੇ। ਜਦੋਂ ਸਿੱਖਾਂ ਨੇ ਉਹਨਾਂ ਦੇ ਕਿਤੇ ਨਾ ਆਉਣ ਦਾ ਜਾਂ ਕਿਤੇ ਡਿੱਗਣ ਦਾ ਕੋਈ ਪਤਾ ਗੁਰੂ ਸਾਹਿਬ ਤੋਂ ਪੁੱਛਿਆ, ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ ਉਹ ਮਾਊ ਪੰਛੀ ਦੇ ਖੰਭ ਸੀ, ਉਹ ਤੀਰ ਦੂਰ ਚਲੇ ਗਏ ਨੇ। ਕਿਉਂਕਿ ਉਹ ਪੰਛੀ ਜਿਹੜਾ ਹੈ ਆਕਾਸ਼ ਵਿੱਚ ਹੀ ਰਹਿੰਦਾ, ਧਰਤੀ ਦੀ ਗ੍ਰੈਵਿਟੀ ਤੋਂ ਉੱਪਰ, ਤੇ ਉੱਥੇ ਹੀ ਉਹ ਆਪਣੇ ਅੰਡੇ ਬੱਚੇ ਸਭ ਕੁਝ ਉੱਪਰ ਹੀ ਹੋ ਜਾਂਦੇ ਆ। ਕਿਉਂਕਿ ਇੱਕ ਹੱਦ ਹੈ ਜਿੱਥੇ ਤੱਕ ਧਰਤੀ ਆਪਣੇ ਵੱਲ ਨੂੰ ਖਿੱਚਦੀ ਹੈ, ਤੇ ਇੱਕ ਜਗ੍ਹਾ ਐਸੀ ਜਿੱਥੇ ਕੋਈ ਇਹਦੀ ਖਿੱਚ ਨਹੀਂ ਹੈ। ਤਾਂ ਹੁਣ ਉਹ ਖੰਭ ਜਦੋਂ ਲੱਗੇ, ਮਹਾਰਾਜ ਕਹਿਣ ਲੱਗੇ, ਖਾਲਸਾ ਜੀ
ਵੀ ਇਹ ਖੰਭ ਹੁਣ ਜਿੱਥੋਂ ਦੇ ਸੀ ਤੀਰਾਂ ਨੂੰ ਉੱਥੇ ਹੀ ਲੈ ਗਏ ਆਪਣੇ ਦੇਸ਼ ਵਿੱਚ। ਹੋਰ ਤਾਂ ਆਕਾਸ਼ ਵਿੱਚ ਤਾਂ ਕੱਖ ਵੀ ਨਹੀਂ ਰੁਕ ਸਕਦਾ ਹੈ। ਇਸੇ ਤਰ੍ਹਾਂ ਦ੍ਰਿਸ਼ਟਾਂਤ ਹੈ ਇਹ। ਇੱਕ ਹੁੰਦਾ ਦ੍ਰਿਸ਼ਟਾਂਤ ਦੇਣਾ, ਦੂਜਾ ਹੁੰਦਾ ਦਾ ਦ੍ਰਿਸ਼ਟਾਂਤ। ਭਾਵ ਕੀ, ਜਿਵੇਂ ਦ੍ਰਿਸ਼ਟਾਂਤ ਇਹ ਦੇਤਾ, ਫਿਰ ਦਾ ਦ੍ਰਿਸ਼ਟਾਂਤ ਕੀ ਹੈ? ਦਾ ਦ੍ਰਿਸ਼ਟਾਂਤ ਦਾ ਭਾਵ ਇਹ ਹੈ, ਮਹਾਰਾਜ ਕਹਿਣ ਲੱਗੇ ਖਾਲਸਾ ਜੀ ਵੀ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਔਰ ਸਤਿਗੁਰਾਂ ਦੀ ਜੋ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ ਹੈ, ਇਹ ਬਾਣੀ ਦਾ ਵੀ ਸੁਭਾਅ ਹੈ ਕਿ ਜਿਸ ਦਾ ਮਨ ਬਾਣੀ ਨਾਲ ਜੁੜ ਗਿਆ, ਜੋ ਆਤਮਿਕ ਤੌਰ ਤੇ ਬਾਣੀ ਨਾਲ ਜੁੜ ਜਾਵੇ। ਬਾਣੀ ਜਿਵੇਂ ਪੰਛੀ ਹਮਾਊਂ ਦੇ ਖੰਭ, ਦੇਖੋ ਤੀਰਾਂ ਨੂੰ ਆਪਣੇ ਦੇਸ਼ ਲੈ ਗਏ, ਤੀਰ ਤਾਂ ਸਥੂਲ ਹੀ ਹੈ। ਇਸੇ ਤਰ੍ਹਾਂ ਬਾਣੀ ਨਾਲ ਜੁੜਿਆ ਹੋਇਆ ਪ੍ਰਾਣੀ, ਬਾਣੀ ਸੱਚਖੰਡ ਦੀ ਵਾਸੀ ਹੈ, ਸੱਚਖੰਡ ਵਿੱਚੋਂ ਆਈ ਹੈ। ਜਿਸ ਦੇ ਮਨ ਨੂੰ ਲੱਗ ਗਈ ਉਸੇ ਨੂੰ ਗੁਰੂ ਕੇ ਲੋਕ ਸੱਚਖੰਡ ਵਿੱਚ ਲੈ ਜਾਂਦੀ ਹੈ। ਭਾਈ ਸਿੱਖੋ, ਗੁਰੂ ਦੀ ਬਾਣੀ ਪਾਰ ਸਰੂਪ ਹੈ। ਜੋ ਕੋਈ ਪ੍ਰੇਮ ਨਾਲ ਪੜ੍ਹਦੇ ਸੁਣਦੇ ਨੇ, ਸੋ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹੈ। ਸੇਵਾ, ਸਤਸੰਗ, ਭਗਤੀ ਕਰਨੀ ਤੇ ਗੁਰਬਾਣੀ ਪਰ ਭਰੋਸਾ ਰੱਖਣਾ, ਇਹੋ ਹੀ ਗੁਰੂ ਸਾਹਿਬ ਦੀ ਸੱਚੀ ਸਿੱਖੀ ਹੈ। ਰਹਿਤਨਾਮਿਆਂ ਵਿੱਚ ਜ਼ਿਕਰ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਇਸੇ ਤਰ੍ਹਾਂ ਇੱਕ ਸਿੱਖ ਅੱਗੇ ਸਾਖੀ ਆ ਗਈ ਕਿ ਭਾਈ ਜੱਗਾ ਸਿੰਘ ਬਹੁਤ ਪ੍ਰੇਮ ਨਾਲ ਗੁਰੂ ਸਾਹਿਬ ਦੀ ਦਿਨ ਰਾਤ ਸੇਵਾ ਕਰਦਾ ਰਹਿੰਦਾ। ਗੁਰੂ ਸਾਹਿਬ ਵੀ ਉਹਦੇ ਪ੍ਰੇਮ ਦੇ ਵਸ ਹੋਏ, ਉਹਦੇ ਉੱਤੇ ਬਹੁਤ ਦਇਆ ਕਰਦੇ ਰਹਿੰਦੇ, ਚੰਗੀਆਂ ਚੰਗੀਆਂ ਵਸਤੂਆਂ ਉਸ ਨੂੰ ਬਖਸ਼ ਦਿੰਦੇ, ਭਾਵੇਂ ਉਹ ਅੱਗੇ ਹੋਰ ਲੋਕਾਂ ਨੂੰ ਦੇ ਦਿੰਦਾ ਸੀ। ਇਸ ਕਰਕੇ ਬਾਕੀ ਦੇ ਜਿਹੜੇ ਨਫਰ ਹੈ, ਕੁਝ ਉਹਦੇ ਨਾਲ ਈਰਖਾ ਜੀ ਰੱਖਣ ਲੱਗ ਗਏ। ਜਦੋਂ ਉਹ ਕਿਸੇ ਵੇਲੇ ਇਕੱਲਾ ਹੁੰਦਾ ਤਾਂ ਉਹ ਕੁਝ ਈਰਖਾਵਾਦੀ ਜਿਹੜੇ ਸੀ ਉਹਨੂੰ ਗਾਲੀਆਂ ਵੀ ਦਿੰਦੇ, ਕਈ ਵਾਰ ਉਹਦੇ ਥੱਪੜ ਵੀ ਮਾਰਦੇ, ਪਰ ਉਹ ਕਦੇ ਗੁਰੂ ਸਾਹਿਬ ਦੇ ਕੋਲੇ ਉਹਨਾਂ ਦੀ ਬੁਰਾਈ ਨਹੀਂ ਸੀ ਦੱਸਦਾ ਤੇ ਨਾ ਉਹਨਾਂ ਨੂੰ ਬੁਰਾ ਭਲਾ ਕਹਿੰਦਾ ਸੀ। ਕੇਵਲ ਗੁਰੂ ਭਗਤੀ ਪ੍ਰੇਮ ਵਿੱਚ ਮਸਤ ਰਹਿੰਦਾ। ਇੱਕ ਦਿਨ ਉਹਨਾਂ ਨੇ ਸਲਾਹ ਕਰਕੇ, ਕੁਝ ਬੰਦਿਆਂ ਨੇ ਅੰਮ੍ਰਿਤ ਵੇਲੇ ਸੁਚੇਤੇ ਗਏ ਹੋਏ ਜੱਗਾ ਸਿੰਘ ਨੂੰ ਕੁੱਟਿਆ ਮਾਰਿਆ ਤੇ ਨਾਲੇ ਡੇਰੇ ਵਿੱਚੋਂ ਉਹਦਾ ਸਾਰਾ ਸਵਾਬ ਖੋਹ ਲਿਆ ਮਾਲ। ਜਦੋਂ ਇਹ ਹਾਲ ਗੁਰੂ ਸਾਹਿਬ ਨੇ ਹੋਰ ਸਿੱਖਾਂ ਤੋਂ ਸੁਣ ਕੇ ਭਾਈ ਜੱਗਾ ਸਿੰਘ ਨੂੰ ਪੁੱਛਿਆ, ਮਹਾਰਾਜ ਕਹਿੰਦੇ ਜੱਗਾ ਸਿੰਘਾ ਤੈਨੂੰ ਕਿਹਨੇ ਮਾਰਿਆ ਤੇ ਡੇਰਾ ਤੇਰਾ ਕਿਹਨੇ ਲੁੱਟਿਆ? ਉਹ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਨਾ ਕਿਸੇ ਨੇ ਮੇਰਾ ਕੁਛ ਲੁੱਟਿਆ ਹੈ। ਮੇਰਾ ਕੋਈ ਵੈਰੀ ਮਿੱਤਰ ਨਹੀਂ, ਆਪ ਦਾ ਹੀ ਰੂਪ ਸਭ ਨਜ਼ਰ ਆਉਂਦਾ, ਦੂਸਰਾ ਕੋਈ ਨਹੀਂ ਹੈ। ਮਾਰਨ ਵਾਲਾ ਤੇ ਮਾਰ ਖਾਣ ਵਾਲਾ, ਲੁੱਟਣ ਲਟਾਉਣ ਵਾਲਾ ਸਭ ਤੂੰ ਹੀ ਹੈ। ਇਹ ਬਚਨ ਸੁਣ ਕੇ ਸਾਰੀ ਸੰਗਤ ਸਮੇਤ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਤੇ ਉਹਨੂੰ ਸੱਚਾ ਬ੍ਰਹਮ ਵੇਤਾ ਸਮਝ ਕੇ ਸਤਿਗੁਰੂ ਜੀ ਨੇ ਫਰਮਾਇਆ, ਭਾਈ ਇਹ ਨਿਰਮਲ ਹਿਰਦੇ ਵਾਲਾ ਸਤੋ ਗੁਣੀ ਗਿਆਨੀ ਪੁਰਖ ਹੈ। ਭਾਈ ਸਿੱਖੋ, ਇਹੋ ਜਿਹੇ ਪੁਰਖਾਂ ਨਾਲ ਵਾਦ ਵਿਵਾਦ ਕਰਨਾ ਜਾਣ ਬੁੱਝ ਕੇ ਨਰਕ ਵਿੱਚ ਪੈਣ ਦੇ ਬਰਾਬਰ ਹੈ। ਉਸੇ ਹੀ ਘੜੀ ਮਹਾਰਾਜ ਨੇ ਇੱਕ ਜਲ ਦਾ ਗੜਬਾ ਮੰਗਵਾ ਲਿਆ ਤੇ ਉਹਦੇ ਵਿੱਚ ਇੱਕ ਪੱਥਰ, ਇੱਕ ਮਿੱਟੀ ਦਾ ਡਲਾ ਤੇ ਇੱਕ ਪਤਾਸਾ, ਇਹ ਪਵਾ ਕੇ 2 ਘੜੀਆਂ ਪਿੱਛੋਂ ਹੁਕਮ ਦਿੱਤਾ। ਮਹਾਰਾਜ ਕਹਿੰਦੇ ਤਿੰਨੇ ਚੀਜ਼ਾਂ ਕੱਢੋ। ਜਿਹੜਾ ਪੱਥਰ ਸੀ ਉਹ ਕੋਰਾ ਨਿਕਲਿਆ, ਜਿਹੜਾ ਮਿੱਟੀ ਦਾ ਢੀਮ ਡਲਾ ਸੀ ਉਹ ਗਾਰਾ ਬਣ ਗਈ ਤੇ ਪਤਾਸੇ ਦਾ ਨਾਮੋ ਨਿਸ਼ਾਨ ਵੀ ਨਹੀਂ ਰਿਹਾ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੱਖੋ, ਸੱਚੇ ਸ਼ਰਧਾਲੂ ਸਿਦਕੀ ਸਿੱਖ ਨਿਸ਼ਕਾਮ ਸੇਵਾ ਭਗਤੀ ਕਰਦੇ ਹੋਏ ਜੋ ਗੁਰੂ ਕੀ ਬਾਣੀ ਨਾਲ ਪ੍ਰੇਮ ਰੱਖਦੇ ਹਨ, ਉਹ ਤਾਂ ਵੇਖੋ ਗੁਰੂ ਕੇ ਰੂਪ ਦੇ ਵਿੱਚ ਪਤਾਸੇ ਵਾਂਗੂ ਅਭੇਦ ਹੋ ਜਾਂਦੇ ਆ। ਪਰ ਕੋਈ ਕਾਮਨਾ ਰੱਖ ਕੇ ਸੇਵਾ ਟਹਿਲ ਕਰਨ ਵਾਲਾ ਜਿਹੜਾ ਹੈ ਉਹ ਮਿਲਤਾ ਜਾਂਦਾ ਹੈ ਪਰ ਅਭੇਦ ਨਹੀਂ ਹੁੰਦਾ। ਮਿੱਟੀ ਵਾਂਗੂ ਵੱਖਰਾ ਵੀ ਹੈ ਤੇ ਮਿਲਿਆ ਵੀ ਹੈ, ਦੋਹੀਂ ਪਾਸੇ ਹੈ।
ਜਿਹੜੇ ਲੋਕ ਕੇਵਲ ਦਿਖਾਵੇ ਦੀ ਸੇਵਾ ਭਗਤੀ ਕਰਦੇ ਐ, ਉਹ ਉੱਤੋਂ ਪੱਥਰ ਵਾਂਗੂ ਭਿੱਜੇ ਹੋਏ ਨਜ਼ਰ ਆਉਂਦੇ ਨੇ, ਵਿੱਚੋਂ ਸੁੱਕੇ ਰਹਿੰਦੇ ਆ। ਇਹ ਸਾਖੀ ਤੇ ਜੱਗਾ ਸਿੰਘ ਦੇ ਪ੍ਰਥਾਏ ਗੁਰੂ ਸਾਹਿਬ ਨੇ ਬਾਣੀ ਉਚਾਰੀ, ਜੋ ਸਰਬ ਲੋਹ ਪ੍ਰਕਾਸ਼ ਦੇ 17ਵੇਂ ਖੰਡ ਦੇ ਵਿੱਚ ਦਰਜ ਹੈ। ਵਿਸਥਾਰ ਹੋਣ ਦੇ ਡਰ ਤੋਂ ਗਿਆਨੀ ਜੀ ਕਹਿੰਦੇ, ਭਾਈ ਉਹ ਛੰਦ ਇੱਥੇ ਨਹੀਂ ਲਿਖੇ। ਨਿਰਮਲ ਪੰਥ ਪ੍ਰਦੀਪਕਾ ਇੱਕ ਗ੍ਰੰਥ ਹੈ ਗਿਆਨੀ ਜੀ ਦਾ ਲਿਖਿਆ, ਉਸ ਦੇ ਵਿੱਚ ਕਹਿੰਦੇ ਅਸੀਂ ਲਿਖੇ ਹੋਏ ਹਨ। ਹੁਣ ਜਦੋਂ ਸਤਿਗੁਰੂ ਜੀ ਦੇ ਉੱਤੇ ਇੱਧਰ ਕੋਈ ਪੇਸ਼ ਨਾ ਚੱਲਦੀ ਵੇਖ ਕੇ ਭੀਮ ਚੰਦ ਦਾ ਪੁੱਤ ਅਜਮੇਰ ਚੰਦ, ਜਿਹੜਾ ਕਿ ਸੰਮਤ 1746 ਬਿਕਰਮੀ ਨੂੰ ਭੀਮ ਚੰਦ ਦੇ ਮਰੇ ਪਿੱਛੋਂ ਗੱਦੀ ਤੇ ਬੈਠਾ ਸੀ, ਗੁਰੂ ਸਾਹਿਬ ਜੀ ਦੇ ਕੋਲ ਪਰਮਾਨੰਦ ਵਜ਼ੀਰ ਦੇ ਹੱਥ ਅਨੇਕਾਂ ਨਜ਼ਰਾਨੇ ਭੇਟਾ ਭੇਜ ਕੇ ਸੁਲ੍ਹਾ ਸਫਾਈ ਕਰ ਲਈ ਸੀ। ਕਿਉਂਕਿ ਇਹ ਆਮ ਕਹਾਵਤ ਹੈ ਵੀ ਖੁਦਾ ਨੇੜੇ ਕੇ ਘਸੁੰਨ। ਹੁਣ ਬਾਦਸ਼ਾਹੀ ਮਦਦ ਫੌਜ ਤਾਂ ਕਿਸੇ ਵੇਲੇ ਹੀ ਸਹਾਇਤਾ ਵਾਸਤੇ ਬੁਲਾਈ ਜਾ ਸਕਦੀ ਹੈ, ਫੇਰ ਆਊ, ਆਉਣਾ ਵੀ ਦੂਰੋਂ ਹੈ। ਕਹਿੰਦੇ ਆ ਸਿੱਖਾਂ ਦਾ ਘਸੁੰਨ ਹਰ ਵੇਲੇ ਉਹਨਾਂ ਦੇ ਮੂੰਹ ਭੰਨ ਰਿਹਾ ਸੀ, ਇਹ ਕੋਲੇ ਹੀ ਹੈ। ਇਹਦੇ ਬਚਾਏ ਵਾਸਤੇ ਫਿਰ ਇੱਕ ਪੰਮਾ ਨਾਮ ਦਾ ਜਿਹੜਾ ਪੁਰੋਹਿਤ ਹੈ, ਛਲੀਆ ਸੀ, ਇਹ ਵਕੀਲ ਕਰਕੇ ਆਪਣੇ ਵੱਲੋਂ ਗੁਰੂ ਸਾਹਿਬ ਜੀ ਦੇ ਕੋਲੇ ਆਨੰਦਪੁਰ ਛੱਡ ਰੱਖਿਆ ਸੀ ਇਸਨੇ। ਉਹ ਹਮੇਸ਼ਾ ਗੁਰੂ ਸਾਹਿਬ ਜੀ ਦੀਆਂ ਲੀਲਾ ਰਾਜਿਆਂ ਵੱਲ ਲਿਖਦਾ ਰਹਿੰਦਾ, ਦੀਵਾਨ ਵਿੱਚ ਆ ਕੇ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਨੀਆਂ, ਜਿਨ੍ਹਾਂ ਨੂੰ ਸੁਣ ਕੇ ਭਾਵੇਂ ਅਨੇਕਾਂ ਵਾਰੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੁਣਾਇਆ, ਭਾਈ ਸਿੱਖੋ ਇਹਨਾਂ ਦੀ ਜਿਹੜੀ ਕੋਮਲਤਾ ਹੈ ਨਾ, ਤੇ ਆ ਨਿਉਣੀ ਖਿਉਣੀ ਜੀ ਹੈ, ਇਹ ਬਿੱਲੇ ਵਾਲੀ ਹੈ, ਔਰ ਸਫਾਈ ਜਿਹੜੀ ਆ ਉਹ ਕੌੜੀ ਤੁੰਬੀ ਤੇ ਸ਼ੀਰਤ ਜ਼ਹਿਰੀਲੀ ਹੈ। ਮਠਿਆਈ ਸਮਝ ਕੇ ਇਹਨਾਂ ਦਾ ਧੋਖਾ ਨਾ ਖਾ ਜਿਓ, ਇਹ ਬੜੇ ਭਾਰੀ ਦਗੇਬਾਜ਼ ਨੇ। ਇਹ ਸਕੇ ਮਾਂ-ਬਾਪ ਨਾਲ ਵੀ ਦਗਾ ਕਰਨੋਂ ਫਰਕ ਨਹੀਂ ਰੱਖਦੇ, ਭਾਵੇਂ ਇਹੋ ਜਿਹੇ ਸੱਚੇ ਤੇ ਬੇਮੁਹਤਾਜ ਨਿਰਭੈਤਾ ਦੇ ਬਚਨ ਗੁਰੂ ਸਾਹਿਬ ਨੇ ਸੁਣਾ ਕੇ ਸਿੱਖਾਂ ਨੂੰ ਕੰਨ ਕਰ ਰੱਖੇ ਸੀ। ਤਾਂ ਵੀ ਉਹ ਜਿਹੜਾ ਪੰਮਾ ਪੁਰੋਹਿਤ ਆ, ਉਹਨੇ ਆਪਣੇ ਰਾਜੇ ਨੂੰ ਸਲਾਹ ਦੇ ਕੇ ਉੱਥੋਂ ਚੋਰ ਮੰਗਾ ਕੇ ਨਾ, ਇੱਕ ਵਾਰੀ ਤਾਂ ਗੁਰੂ ਸਾਹਿਬ ਜੀ ਦੇ 2 ਕੋਤਲ ਘੋੜੇ ਕਢਵਾਤੇ, ਦੂਜੀ ਵਾਰੀ ਖਜ਼ਾਨਾ ਪੜਵਾਇਆ, ਤੀਜੀ ਵਾਰੀ ਪ੍ਰਸ਼ਾਦੀ ਹਾਥੀ ਹਕਾਤਾ ਸੀ, ਜਿਹੜਾ ਰਸਤੇ ਵਿੱਚੋਂ ਸਿੱਖਾਂ ਨੇ ਜਾ ਕੇ ਫੜਿਆ। ਇੱਕ ਦਿਨ ਗੁਰੂ ਸਾਹਿਬ ਜੀ ਸ਼ਿਕਾਰ ਖੇਡਦੇ ਹੋਏ ਰੋਪੜ ਬੰਨੀ ਦੂਰ ਲੰਘ ਗਏ ਤੇ ਪੰਮਾ ਵੀ ਪੁਰੋਹਿਤ ਨਾਲ ਸੀ। ਅੱਗੇ ਰੋਪੜੀਏ ਤੇ ਘਨੌਲੇ ਮਨੌਲੇ ਵਾਲੇ ਪਠਾਨ ਟੱਕਰ ਗਏ। ਪੰਮੇ ਪੁਰੋਹਿਤ ਨੇ ਛੇੜਛਾੜ ਕਰ ਲਈ, ਲੜਾਈ ਕਰਾਤੀ, ਪਰ ਸਿੱਖਾਂ ਨੇ ਪਠਾਣਾ ਵੱਲੋਂ ਮੂੰਹ ਮੁੜਾ ਕੇ ਸ਼ਿਕਾਰ ਮਾਰ ਲਿਆ। ਕਈ ਬਰਾਹ, ਕਈ ਮ੍ਰਿਗ, ਪਾੜੇ, ਲੱਕੜ, ਗੱਡੇ ਉਹ ਲਦਾ ਕਰਕੇ ਆਨੰਦਪੁਰ ਸਾਹਿਬ ਲੈ ਆਏ। ਇਸੇ ਤਰ੍ਹਾਂ ਅਨੰਤ ਵਾਰੀ ਸ਼ਿਕਾਰ ਮਾਰ ਕੇ ਸਿੱਖ ਲਿਆਉਂਦੇ ਰਹਿੰਦੇ। ਇੱਕ ਦਿਨ ਗੁਰੂ ਸਾਹਿਬ ਜੀ ਸਮੇਤ ਸਿੱਖ ਰਾਜਿਆਂ ਦੇ ਜੰਗਲ ਪਹਾੜਾਂ ਵੱਲ ਗਏ ਤਾਂ ਪੰਮੇ ਨੇ ਰਾਜਿਆਂ ਨੂੰ ਲਿਖਤਾ ਵੀ ਗੁਰੂ ਸਾਹਿਬ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਹੈ, ਤੁਸੀਂ ਚੰਗੇ ਚੰਗੇ ਸ਼ਿਕਾਰੀ ਸ਼ਿਕਾਰ ਖਿਡਾਉਣ ਵਾਸਤੇ ਭੇਜ ਦਿਓ। ਇਹ ਸੁਣ ਕੇ ਰਾਜੇ ਖੁਦ ਹੀ ਸ਼ਿਕਾਰੀਆਂ ਨੂੰ ਲੈ ਕੇ ਆ ਗਏ। ਕਈ ਦਿਨ ਮਿਲ ਕੇ ਸ਼ਿਕਾਰ ਖੇਡਦੇ ਰਹੇ। ਇੱਕ ਦਿਨ 2 ਸ਼ੇਰ ਬੜੇ ਭਿਆਨਕ ਇਕੱਠੇ ਹੀ ਨਿਕਲ ਆਏ। ਰਾਜਿਆਂ ਨੇ ਬੇਨਤੀ ਕੀਤੀ, ਕਹਿੰਦੇ ਸਾਡੇ ਬਹਾਦਰਾਂ ਦੇ ਹੱਥ ਦੇਖਿਓ। ਗੁਰੂ ਸਾਹਿਬ ਦੇਖਦੇ ਰਹੇ, ਉਹਨਾਂ ਯੋਧਿਆਂ ਦੇ ਮਾਰੇ ਤਾਂ ਸੋ ਜਿਹੜੇ ਹੈ ਸਹੀ, ਪਰ ਸ਼ੇਰ 6 ਨੂੰ ਮਾਰ ਕੇ ਮਰੇ। ਦੂਜੇ ਦਿਨ 3 ਸ਼ੇਰ 3 ਸਿੰਘਾਂ ਨੇ ਢਾਲਾਂ ਤਲਵਾਰਾਂ ਨਾਲ ਮਾਰੇ, ਪਰ ਸ਼ੇਰ ਦਾ 9 ਤੱਕ ਵੀ ਕਿਸੇ ਨੇ ਨਹੀਂ ਖਾਧਾ। ਗੁਰੂ ਸਾਹਿਬ ਨੇ ਤੇ ਰਾਜਿਆਂ ਨੇ ਫਿਰ ਉਹਨਾਂ ਨੂੰ ਬਹੁਤ ਇਨਾਮ ਵੀ ਦਿੱਤੇ। ਇੱਕ ਦਿਨ ਪੰਮੇ ਪੁਰੋਹਿਤ ਨੇ ਗੁਰੂ ਸਾਹਿਬ ਜੀ ਦੇ ਨਾਲ ਮੇਲ ਕਰਕੇ ਸਾਰੇ ਰਾਜਿਆਂ ਦੇ ਨਾਲ ਮੇਲ ਜੋਲ ਕਰਾਉਣ ਦੀ ਸਲਾਹ ਆਪਣੇ ਸਿਆਣੇ ਸਿਆਣੇ ਸਿੱਖਾਂ ਨਾਲ ਕਰਕੇ ਬੇਨਤੀ ਕੀਤੀ, ਮਹਾਰਾਜ ਰਵਾਲਸਰ ਤੀਰਥ ਉੱਥੇ ਨਿਮਾਣੀ ਇਕਾਦਸ਼ੀ ਨੂੰ ਸਾਰੇ ਰਾਜੇ ਇਕੱਠੇ ਹੋਣਗੇ ਤੇ ਆਪ ਚੱਲੋ। ਤਾਂ ਜਿਨ੍ਹਾਂ ਨੇ ਆਪ ਜੀ ਦਾ ਦਰਸ਼ਨ ਅੱਜ ਤੱਕ ਨਹੀਂ ਕੀਤਾ ਤੇ ਚਾਹੁੰਦੇ ਨੇ ਮਹਾਰਾਜ, ਉਹ ਵੀ ਆ ਕੇ ਉੱਥੇ ਸੁਣ ਕੇ ਆ ਜਾਣਗੇ, ਦਰਸ਼ਨ ਕਰ ਲੈਣਗੇ। ਹੁਣ ਸਤਿਗੁਰਾਂ ਦੀ ਅਜੇ ਮਰਜ਼ੀ ਨਹੀਂ ਸੀ, ਭਾਵੇਂ
ਬਹੁਤ ਸਿੱਖਾਂ ਨੇ ਤੇ ਮਾਤਾ ਗੁਜਰੀ ਜੀ ਆਦਿਕ ਸਾਰੇ ਪਰਿਵਾਰ ਨੇ ਜਦੋਂ ਬਹੁਤੇ ਪ੍ਰੇਮ ਤੇ ਹੱਠ ਨਾਲ ਕਈ ਵਾਰੀ ਮਹਾਰਾਜ ਜੀ ਨੂੰ ਆਖਿਆ ਕਿ ਸਾਨੂੰ ਜ਼ਰੂਰ ਇੱਕ ਵਾਰੀ ਉਹ ਤੀਰਥ ਦਿਖਾਓ। ਬਹੁਤ ਮਸ਼ਹੂਰ ਤੀਰਥ ਸੀ ਰਵਾਲਸਰ, ਬੜੇ ਇਕੱਠ ਹੁੰਦੇ ਸੀ ਤੇ ਬੜੀ ਦੂਰੋਂ ਦੂਰੋਂ ਉੱਥੇ ਦੁਨੀਆ ਆਉਂਦੀ, ਰਾਜੇ ਮਹਾਰਾਜੇ ਸਭ ਪਹੁੰਚਦੇ ਹੁੰਦੇ ਸਨ। ਤਾਂ ਮਹਾਰਾਜ ਕਿਰਪਾ ਕਰੋ, ਇਸ ਤਰ੍ਹਾਂ ਉੱਥੇ ਸੀ ਕਹਿੰਦੇ ਸੈਰ ਕਰਾਓ ਜਿੱਥੇ ਪਰਬਤ ਵੀ ਤਰਦੇ ਆ। ਤਦ ਫਿਰ ਸਾਰਿਆਂ ਦੀ ਮਰਜ਼ੀ ਦੇਖ ਕੇ ਗੁਰੂ ਸਾਹਿਬ ਜੀ ਨੇ ਰਵਾਲਸਰ ਨੂੰ ਤੁਰਨ ਦੀ ਤਿਆਰੀ ਕਰਾਤੀ। ਹੋਰ ਤਾਂ ਸਾਰੇ ਖੁਸ਼ ਹੋਏ, ਇੱਕ ਸਿੱਖ ਗੁਰੂ ਸਾਹਿਬ ਦੇ ਘੋੜੇ ਦੀ ਟਹਿਲ ਕਰਨ ਵਾਲਾ ਉਹ ਨਾ ਚਾਹੇ ਤੇ ਨਾਲੇ ਇਉਂ ਬਚਨ ਕਰਦਾ ਰਹੇ, ਜੋ ਕਰੇਗਾ ਸੋ ਭਰੇਗਾ, ਗੁਰੂ ਜੀ ਦਾ ਕੀ ਹਰੇਗਾ। ਸੇਵਕ ਤੋਂ ਕਾਜ ਸਰੇਗਾ ਸੋ ਭਰੇਗਾ, ਗੁਰੂ ਜੀ ਦਾ ਕੀ ਹਰੇਗਾ। ਸੇਵਕ ਤੋਂ ਕਾਜ ਸਰੇਗਾ, ਦੁਸ਼ਮਣ ਦੋਖੀ ਮਰੇਗਾ। ਹੁਣ ਭਾਵੇਂ ਹੋਰ ਸਭ ਨੇ ਤਾਂ ਇਹੋ ਹੀ ਖਿਆਲ ਕੀਤਾ ਵੀ ਮਸਾਂ ਗੁਰੂ ਸਾਹਿਬ ਤੋਂ ਹਾਂ ਕਰਾਈ ਸੀ, ਇਹ ਵਿੱਚ ਐਵੇਂ ਭਾਂਜੀ ਮਾਰਦਾ ਫਿਰਦਾ। ਪਰ ਗੁਰੂ ਸਾਹਿਬ ਜੀ ਨੇ ਜੋ ਉਹਦੇ ਦਿਲ ਦੀ ਤੇ ਭਵਿੱਖਤ ਸਮਝਦੇ ਹੋਏ ਬਚਨ ਕੀਤਾ, ਘੋੜੇ ਦੀ ਸੇਵਾ ਕਰ, ਜੋ ਹੋਵੇਗੀ ਸੋ ਜਰ, ਰੱਖੇਗਾ ਗੁਰੂ ਆਪਣਾ ਘਰ, ਸਿੱਖਾ ਚਿੰਤਾ ਨਾ ਕਰ। ਇਹ ਬਚਨ ਦਾ ਤਾਤ ਪਰਜ ਜਦੋਂ ਸਿੱਖਾਂ ਨੇ ਪੁੱਛਿਆ, ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੱਖੋ, ਇਹ ਸਿੱਖ ਨੇ ਅਜੇ ਇੱਕੋ ਸਾਲ ਗੁਰੂ ਕੇ ਘੋੜੇ ਦੀ ਟਹਿਲ ਨਿਸ਼ਕਾਮ ਕੀਤੀ ਹੈ, ਇਹਨੂੰ ਭਵਿੱਖ ਵਿੱਚ ਹੋਣ ਵਾਲੀ ਹਾਰ ਜਿਹੜੀ ਉਹ ਸੁੱਝੀ ਹੈ, ਉਹਦਾ ਉੱਤਰ ਅਸੀਂ ਦੇ ਦਿੱਤਾ, ਤੁਸੀਂ ਅੱਗੇ ਨੂੰ ਦੇਖ ਲਓਗੇ ਹੁਣ ਕੀ ਦੱਸਣਾ ਹੈ। ਇੰਨਾ ਕਹਿ ਕੇ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਪਾਲਕੀ ਮਹਿਲਾਂ ਨੂੰ ਡੋਲਿਆਂ ਵਿੱਚ ਤੇ ਹੋਰ ਸਭ ਨੂੰ ਜਥਾਯੋਗ ਸਵਾਰੀ ਦੇ ਕੇ ਡੇਰਾ ਤੋਰ ਲਿਆ। ਸਾਂਝ ਜੇ ਦਾ ਸਮਾਂ 10 ਕੋ ਕਾਲੇ ਕੁੰਡਲੂ ਅਸਥਾਨ ਜਾ ਉਤਰੇ। ਪੰਮੇ ਪੁਰੋਹਿਤ ਨੇ ਸਾਰੇ 22 ਧਾਰ ਦੇ ਸਾਰੇ ਰਾਜਿਆਂ ਨੂੰ ਲਿਖ ਭੇਜਿਆ ਕਿ ਗੁਰੂ ਸਾਹਿਬ ਰਵਾਲਸਰ ਪਹੁੰਚਣਗੇ, ਤੁਸੀਂ ਵੀ ਸਾਰੇ ਉੱਥੇ ਆ ਜਾਓ। ਇਹ ਚਿੱਠੀ ਨੂੰ ਸੁਣ ਕੇ ਰਾਜੇ ਉਧਰ ਨੂੰ ਤੁਰ ਪਏ। ਦੂਜੇ ਦਿਨ ਗੁਰੂ ਸਾਹਿਬ ਦਾ ਡੇਰਾ ਕਾਲੇ ਕੁੰਡਲੂ ਤੋਂ 10 ਕੋ ਫਿਰ ਬਿਲਾਸਪੁਰ ਲੱਗਿਆ। ਰਾਜੇ ਅਜਮੇਰ ਚੰਦ ਨੇ ਬਹੁਤ ਸੇਵਾ ਕੀਤੀ। ਹਾਜ਼ਰ ਹੋ ਕੇ ਇੱਕ ਘੋੜਾ ਬਹੁਤ ਚੰਗਾ ਤੇ ਭਾਰ ਬਰਦਾਰੀ ਚੁੱਕਣ ਲਈ ਬਹੁਤ ਸਾਰੇ ਜਿਹੜੇ ਆ ਠਾਡੂ ਸਕੇਤ ਇਹੋ ਜਿਹਾ ਕੁਛ ਦਿੱਤਾ। ਗੁਰੂ ਸਾਹਿਬ ਜੀ ਸੁਕੇਤ ਗਏ ਤਾਂ ਉੱਥੋਂ ਦੇ ਰਾਜੇ ਨੇ ਬਹੁਤ ਸੇਵਾ ਕੀਤੀ ਤੇ ਇਉਂ ਹੌਲੀ ਹੌਲੀ ਫਿਰ ਰਵਾਲਸਰ ਪਹੁੰਚਦੇ ਕੀਤੇ। ਦੂਜੇ ਦਿਨ ਗੁਰੂ ਸਾਹਿਬ ਦੇ ਦੀਵਾਨ ਵਿੱਚ ਫਿਰ ਪੰਮੇ ਦੇ ਪ੍ਰੇਰੇ ਹੋਏ ਸਾਰੇ ਰਾਜੇ ਵਾਰੀ ਵਾਰੀ ਆ ਕੇ ਗੁਰੂ ਸਾਹਿਬ ਨੂੰ ਮਿਲੇ, ਭੇਟਾ ਚੜਾਈ, ਦਰਸ਼ਨ ਪਾਏ ਤੇ ਗੁਰੂ ਮਹਾਰਾਜ ਦਾ ਸਰੂਪ ਤੇ ਸਿੰਘਾਂ ਦੇ ਸਜੇ ਹੋਏ ਵਜੇਦਾਰ ਕੱਦ, ਗੁਰੂ ਮਹਾਰਾਜ ਦੀ ਵਿਭਉ ਤੇਜ ਪ੍ਰਤਾਪ ਵੇਖ ਕੇ ਸਭ ਹੱਕੇ ਬੱਕੇ ਰਹਿ ਗਏ। ਬਹੁਤੇ ਤਾਂ ਗੁਰੂ ਸਾਹਿਬ ਨੂੰ ਸਾਖਿਆਤ ਈਸ਼ਵਰ ਮੰਨ ਰਹੇ ਸੀ ਤੇ ਅਨੇਕਾਂ ਇਹ ਕਿ ਸਤਪੁਰਖ ਧਰਮ ਰੱਖਿਅਕ, ਕੋਈ ਕਹੇ ਵੀ ਮਹਾਬਲੀ ਕਾਲ ਹੈ, ਇਉਂ ਵੱਖ-ਵੱਖ ਰੂਪ ਵੇਖਦੇ। ਕਈ ਭਗਤ ਜਨ ਕਲਪ ਬਿਰਸ਼ੀ ਮੰਨਦੇ ਸੀ। ਇਸੇ ਤਰ੍ਹਾਂ ਆਪੋ ਆਪਣੀ ਭਾਵਨਾ ਹੁੰਦੀ ਹੈ। ਹੁਣ ਭਾਵਨਾ ਹੀ ਹੈ ਨਾ, ਕੋਈ ਕਹਿੰਦਾ ਮੇਰਾ ਗੁਰੂ ਰੱਬ ਹੈ, ਕੋਈ ਇਹ ਕਹੀ ਜਾਂਦੇ ਵੀ ਉਹ ਸਮਾਜ ਦੇ ਸੁਧਾਰ ਵਾਸਤੇ ਆਏ ਸੀ, ਕੋਈ ਕੁਛ ਕਹਿੰਦਾ, ਕੋਈ ਕੁਛ। ਜਿਹੋ ਜੀ ਜਿੰਨੀ ਕਿਸੇ ਦੀ ਭਾਵਨਾ ਹੈ ਉਹੇ ਜਿਹਾ ਭਾਈ ਸਤਿਗੁਰੂ ਨੂੰ ਸਰੂਪ ਨੂੰ ਵੇਖਦਾ। ਹੁਣ ਜਿਹਨੂੰ ਕੋਈ ਕਦਰ ਨਹੀਂ ਹੈ। ਇਹਦੇ ਤੇ ਕਈ ਵਾਰੀ ਇਹ ਉਦਾਹਰਨ ਦੇਈਦੀ ਹੈ, ਜਿਵੇਂ ਫੁੱਲ ਨੇ। ਦੇਖੋ ਫੁੱਲ ਨੂੰ ਭੌਰਾ ਦੇਖੂਗਾ, ਉਹਨੂੰ ਆਪਣਾ ਮਕਰੰਦ ਰਸ ਦਿੰਦਾ, ਤੇ ਫੁੱਲ ਨੂੰ ਸ਼ਹਿਦ ਦੀ ਮੱਖੀ ਵੇਖੇਗੀ, ਉਹਨੂੰ ਇਹਦੇ ਵਿੱਚੋਂ ਆਪਦਾ ਸ਼ਹਿਦ ਬਣਾਉਣ ਲਈ ਰਸ ਦਿੰਦਾ ਹੈ ਫੁੱਲ ਨੂੰ। ਤੇ ਕੋਈ ਮਨੁੱਖ ਵੇਖੂਗਾ ਫੁੱਲਾਂ ਨੂੰ ਤਾਂ ਇਹਨੂੰ ਮਨੁੱਖ ਨੂੰ ਫੁੱਲਾਂ ਵਿੱਚੋਂ ਸੁੰਦਰਤਾ ਤੇ ਸੁਗੰਧੀ ਦਿਸੂਗੀ। ਬੱਕਰੀ ਦੇਖੇ ਉਹਨੂੰ ਆਪਦੀ ਖੁਰਾਕ ਦਿਸੂ। ਕੁੱਤੇ ਦੇ ਗਧੇ ਨੂੰ ਕੁਛ ਵੀ ਨਹੀਂ ਹੈ, ਉਹਦੇ ਲਈ ਉਹ ਲਤਾੜ ਕੇ ਲੰਘ ਜਾਣ। ਇਸੇ ਤਰ੍ਹਾਂ ਦੀ ਭਾਵਨਾ ਕਿਸੇ ਕੋਲੇ ਵੀ ਆਪਾਂ ਜਾਈਏ, ਗੁਰਮੁਖੋ ਜਿਹੋ ਜਿਹੀ ਭਾਵਨਾ ਹੁੰਦੀ ਹੈ। ਇਹ ਸਾਖੀਆਂ ਵੀ ਆਈਆਂ ਸੀ ਨਾ ਕਿ ਗੁਰੂ ਮਹਾਰਾਜ ਜੀ ਦੇ ਕੋਲੇ, ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਕੋਲੇ ਆਇਆ ਸੀ ਇੱਕ ਸਿੱਖ, ਤੇ ਕਹਿਣ ਲੱਗਾ ਜੀ ਆਨੰਦ ਨਹੀਂ ਆਉਂਦਾ, ਮੈਂ ਬੜੇ ਸਾਧੂਆਂ ਸੰਤਾਂ ਦੀ ਸੰਗਤ ਕੀਤੀ ਹੈ,
ਮਹਾਰਾਜ ਕਹਿੰਦੇ ਵੀ ਤੂੰ ਆਉਂ ਦੱਸ ਸੱਚੇ ਹਿਰਦੇ ਤੋਂ ਕਿ ਤੂੰ ਇਹਨਾਂ ਨੂੰ ਸਮਝਦਾ ਕੀ ਹੈ ਸਾਧੂ ਸੰਤ। ਕਹਿੰਦਾ ਮੈਂ ਮਹਾਰਾਜ ਸਮਝਦਾ ਬੇਲੜ ਜਿਵੇਂ ਸਾਨ ਹੁੰਦੇ ਆ ਐਵੇਂ ਲੋਕਾਂ ਦੀਆਂ ਖੇਤੀਆਂ ਉਜਾੜਦੇ ਫਿਰਦੇ ਆ। ਮਹਾਰਾਜ ਮੈਨੂੰ ਕਿਰਪਾ ਕਰੋ ਸੰਗਤ ਦਾ ਭਾਵ ਦੱਸੋ ਮੈਨੂੰ। ਤਾਂ ਮੈਂ ਤਾਂ ਬੜਿਆਂ ਨੂੰ ਪੁੱਛਿਆ ਕੋਈ ਆਨੰਦ ਨਹੀਂ। ਮਹਾਰਾਜ ਕਹਿੰਦੇ ਚੰਗਾ ਫਿਰ 1 ਮਹੀਨਾ ਸੰਗਤ ਕਰ ਤੇ ਸੇਵਾ ਕਰ ਸਾਰਿਆਂ ਦੀ। ਸਾਧੂ ਆਉਂਦੇ ਹੋਰ ਗੁਰਮੁਖ, ਚਲੋ ਉਹਨੇ ਸੇਵਾ ਕਰਿਆ ਕਰਨੀ ਸਾਰਾ ਕੁਛ ਕਰਦਾ। ਮਹੀਨੇ ਬਾਅਦ ਪੁੱਛਿਆ ਮਹਾਰਾਜ ਵੀ ਕਿਰਪਾ ਕਰਕੇ ਦੱਸੋ ਕਿ ਇਹ ਜਿਹੜੇ ਹੁਣ ਸੰਗਤ ਦਾ ਭਾਵ ਕੀ ਹੈ ਕਿ ਇਹਦੇ ਨਾਲ ਜੀਵਨ ਕਿ। ਮਹਾਰਾਜ ਕਹਿੰਦੇ ਹੁਣ ਐਂ ਦੱਸ ਜਿਹੜੇ ਸਾਧੂ ਸੰਤ ਹੈ ਉਹ ਤੈਨੂੰ ਦਿਸਦੇ ਕਿਵੇਂ ਆ। ਕਹਿੰਦਾ ਮਹਾਰਾਜ ਹੁਣ ਮੈਨੂੰ ਇਉਂ ਦਿਸਦੇ ਨੇ ਵੀ ਜਿਵੇਂ ਪਿੰਡ ਦੇ ਪੈਂਚ ਹੁੰਦੇ ਆ ਮੁਖੀਏ, ਐਨ ਚੰਗਾ ਚੋਖਾ ਛਕਣਾ ਤੇ ਬੜੇ ਸਾਫ ਸੁਥਰੇ ਰਹਿਣਾ, ਮੈਨੂੰ ਇਸ ਤਰ੍ਹਾਂ ਲੱਗਦੇ ਆ। ਮਹਾਰਾਜ ਕਹਿੰਦੇ ਮਹੀਨਾ ਹੋਰ ਸੇਵਾ ਕਰ। ਹੁਣ ਸੇਵਾ ਕੀਤੀ, ਮਹੀਨਾ ਸਾਸਾਂ ਕੀਤੀ, ਬਿਰਤੀ ਹੋਰ ਜਿਹੜੀ ਆ ਅੰਤਰੀ ਭਿੱਜੀ। ਫਿਰ ਮਹਾਰਾਜ ਕੋਲ ਗਿਆ। ਮਹਾਰਾਜ ਕਹਿੰਦੇ ਹੁਣ ਦੱਸ ਸਾਧੂ ਸੰਤ ਕਿਵੇਂ ਰਹਿੰਦੇ ਆ। ਕਹਿੰਦਾ ਮਹਾਰਾਜ ਹੁਣ ਮੈਨੂੰ ਇਉਂ ਲੱਗਦੇ ਆ ਵੀ ਜਿਵੇਂ ਦੇਵਤੇ ਹੁੰਦੇ ਆ। ਮਹਾਰਾਜ ਕਹਿੰਦੇ 1 ਮਹੀਨਾ ਹੋਰ ਸੇਵਾ ਕਰ। ਫਿਰ ਸੇਵਾ ਕੀਤੀ, ਸਾਸੰਗ ਕਰਦਾ, ਬਾਣੀ ਪੜ੍ਹਦਾ ਰਿਹਾ ਤੇ ਸੇਵਾ ਕਰਨੀ, ਲੰਗਰਾਂ ਵਿੱਚ ਆਏ ਗਏ ਸਾਧੂ ਗੁਰਮੁਖਾਂ ਦੀ। ਫਿਰ ਮਹਾਰਾਜ ਕੋਲੇ ਗਿਆ। ਕਹਿੰਦਾ ਮਹਾਰਾਜ ਹੁਣ ਤਾਂ ਦੱਸ ਦੋ। ਮਹਾਰਾਜ ਕਹਿਣ ਲੱਗੇ ਕਿ ਹੁਣ ਪਹਿਲਾਂ ਇਹ ਜਵਾਬ ਦੇ ਕਿ ਤੈਨੂੰ ਜਿਹੜੇ ਗੁਰਮੁਖ ਸਾਧੂ ਹੈ ਗੁਰਸਿੱਖ ਕਮਾਈ ਵਾਲੇ ਹੁਣ ਤੈਨੂੰ ਕਿਹੋ ਜਿਹੇ ਲੱਗਦੇ ਆ। ਕਹਿੰਦਾ ਮਹਾਰਾਜ ਹੁਣ ਤਾਂ ਮੈਨੂੰ ਐਂ ਲੱਗਦੇ ਆ ਵੀ ਪਰਮੇਸ਼ਰ ਦਾ ਹੀ ਰੂਪ ਹੈ। ਗੁਰੂ ਸਾਹਿਬ ਕਹਿੰਦੇ ਬਸ ਤੇਰੀ ਗੱਲ ਦਾ ਜਿਹੜਾ ਜਵਾਬ ਦਾ ਉੱਤਰ ਇਹੀ ਹੈ ਪ੍ਰਸ਼ਨ ਦਾ ਕਿ ਸਤਸੰਗ ਦਾ ਕੀ ਫਾਇਦਾ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਇਹ ਤਾਂ ਪਹਿਲਾਂ ਵੀ ਉਹੀ ਸੀ ਹੁਣ ਵੀ ਉਹੇ ਜਿਹੀ ਹੈ ਸਾਧੂ ਤਾਂ, ਲੇਕਿਨ ਤੇਰੀ ਪਹਿਲਾਂ ਬਿਰਤੀ ਪਸ਼ੂਆਂ ਵਰਗੀ ਸੀ, ਤੈਨੂੰ ਇਹ ਪਸ਼ੂ ਹਰਿਆਏ ਪਸ਼ੂ ਦਿਸਦੇ ਸੀ। ਸਤਸੰਗ ਕੀਤੀ, ਨਾਮ ਜਪਿਆ, ਸੇਵਾ ਕੀਤੀ, ਤੇਰਾ ਮਨ ਜਿਹੜਾ ਹੈ ਸਤੋਗੁਣੀ ਹੋ ਗਿਆ। ਸਤੋਗੁਣੀ ਦੇ ਵਿੱਚ ਇਹ ਹੋ ਗਿਆ ਵੀ ਦੇਖੋ ਤੈਨੂੰ ਐਂ ਲੱਗਣ ਲੱਗ ਗਿਆ ਵੀ ਸਾਫ ਸੁਥਰੇ ਰਹਿੰਦੇ ਆ ਜਿਵੇਂ ਪੈਂਚ ਵਾਂਗੂ ਹੁੰਦਾ। ਚਲੋ ਸਿਆਣੀਆਂ ਗੱਲਾਂ ਕਰਨੀਆਂ, ਪਿੰਡ ਦੇ ਲੜਾਈ ਝਗੜੇ ਮਿਟਾ ਦੇਣੇ, ਹੋਰ ਕਰਨਾ ਰਹਿਣਾ ਆਪਦਾ ਆਨੰਦ। ਫਿਰ ਤੂੰ ਸੇਵਾ ਕੀਤੀ ਤੇ ਤੇਰੀ ਬੁੱਧੀ ਦੇਵਤਿਆਂ ਵੱਤ ਹੋ ਗਈ, ਤੈਨੂੰ ਦੇਵਤੇ ਲੱਗਣ ਲੱਗ ਗਏ। ਹੁਣ ਭਾਈ ਸਿੱਖਾ ਇਹ ਸਤਸੰਗ ਦਾ ਹੀ ਤੇ ਸੇਵਾ ਦਾ ਹੀ ਫਲ ਹੈ। ਤੇਰੀ ਜਿਹੜੀ ਬਿਰਤੀ ਆ ਉਹ ਬ੍ਰਹਮ ਬਿਰਤੀ ਹੋ ਗਈ। ਹੁਣ ਤੈਨੂੰ ਇਹ ਰੱਬ ਵਰਗੇ ਲੱਗਦੇ ਆ। ਗੱਲ ਤੇਰੀ ਬਿਰਤੀ ਦੀ ਹੈ। ਇਸੇ ਤਰ੍ਹਾਂ ਹੁਣ ਜਿਹੋ ਜੀ ਬਿਰਤੀ ਹੈ ਉਸੇ ਤਰ੍ਹਾਂ ਕੋਈ ਮਹਾਰਾਜ ਨੂੰ ਕੋਈ ਮੰਨ ਰਿਹਾ, ਕੋਈ ਮਹਾਬਲੀ ਕਾਲ ਰੂਪ ਮੰਨਦਾ, ਕੋਈ ਧਰਮ ਰੱਖਿਅਕ ਮੰਨਦਾ, ਕੋਈ ਈਸ਼ਵਰ ਸਾਖਿਅਤ ਮੰਨਦਾ, ਕੋਈ ਕਹਿੰਦਾ ਕਲਪ ਵਿਰਸੈ। ਜੋ ਆ ਉਹ ਮਨ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ। ਆਪੋ ਆਪਣੀ ਭਾਵਨਾ ਅਨੁਸਾਰ ਬੇਅੰਤ ਤਰ੍ਹਾਂ ਦੀ ਕਲਪਨਾ ਕਰਦੇ ਹੋਏ ਇੱਕ ਟੱਕ ਉਹ ਰਾਜੇ ਗੁਰੂ ਸਾਹਿਬ ਦੇ ਬੰਨੀ ਮੂਰਤਾ ਵਾਂਗੂ ਤੱਕ ਰਹੇ ਸੀ। ਅਨੇਕਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਆਪ ਜੀ ਸੱਚੇ ਸਤਿਗੁਰੂ ਹੋ, ਆਪਣੇ ਬਿਰਦ ਦੀ ਲਾਜ ਪਾਲੋ, ਸਾਡੇ ਗੁਨਾਹ ਬਖਸ਼ੋ। ਗੁਰੂ ਸਾਹਿਬ ਕਹਿਣ ਲੱਗੇ ਰਾਜਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਗੱਦੀ ਹੈ ਇਹ ਕਲਪ ਬਿਰਸ਼ ਦੇ ਤੁਲ ਹੈ। ਜਿਹੋ ਜੀ ਕਲਪਨਾ ਇੱਥੇ ਕੋਈ ਕਰਦਾ ਹੈ ਨਾ ਉਹੇ ਜਿਹਾ ਫਲ ਉਸ ਨੂੰ ਮਿਲਦਾ ਹੈ। ਸਾਡੀ ਕਿਸੇ ਨਾਲ ਕੋਈ ਬੁਰਾਈ ਭਲਾਈ ਨਹੀਂ ਹੈ, ਅਸੀਂ ਸਭ ਨੂੰ ਸਮ ਬਰਾਬਰ ਵੇਖਦੇ ਹਾਂ। ਇੱਕ ਦਿਨ ਗੁਰੂ ਸਾਹਿਬ ਜੀ ਸ਼ਿਕਾਰ ਗਏ ਹੋਏ, ਜਦੋਂ ਮਾਲਵੀ ਨਾਮੇ ਪਰਬਤ ਤੇ ਚੜ੍ਹੇ ਤਾਂ ਇੱਕ ਦਿਵ ਪੁਰਖ ਗਧੀਲੇ ਜੈਸਾ ਬਣਿਆ ਹੋਇਆ ਮੱਥਾ ਨਿਵਾ ਕੇ ਅੱਗੇ ਆ ਖੜਿਆ। ਸਤਿਗੁਰੂ ਪੁੱਛਣ ਲੱਗੇ ਤੂੰ ਕੌਣ ਹੈ? ਉਹ ਕਹਿਣ ਲੱਗਿਆ ਮਹਾਰਾਜ ਮੈਂ ਰੇਵਾ ਦਾ ਪੁੱਤਰ ਰਵਾਲ ਸਾਰਾ। ਆਪਣੀ ਮਾਤਾ ਦਾ ਹੁਕਮ ਮੰਨ ਕੇ ਆਪਣਾ ਪ੍ਰਤਾਪ ਵਧਾਉਣ ਦੇ ਵਾਸਤੇ ਮੈਂ ਇੱਥੇ ਆ ਕੇ ਬਹੁਤ ਸਾਲ ਤਪ ਕੀਤਾ, ਜਿਹਦਾ ਫਲ ਬ੍ਰਹਮਾ ਜੀ ਤੋਂ ਵਰ ਪਾ ਕੇ ਇਹਨਾਂ ਸਾਰੇ ਪਰਬਤਾਂ ਦਾ ਮੈਂ ਰਾਜਾ ਹੋਇਆ। ਮੰਡੀ ਨਗਰ ਵਸਾਇਆ, ਰਾਜਧਾਨੀ ਥਾਪੀ। ਜੱਛਾਂ ਦੇ ਨਾਲ ਮੇਰਾ ਜੰਗ ਹੋਇਆ ਤੇ ਉਹਨਾਂ ਨੇ ਮੇਰਾ ਰਾਜ ਖੋਹ ਲਿਆ। ਇਸ ਵਾਸਤੇ ਮੈਲੇ ਕੁਚਾਲੇ ਭੇਸ ਵਿੱਚ ਮੈਂ ਫਿਰਦਾ। ਹੁਣ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਸ਼ੀਤਲ ਹੋਇਆ। ਇਸ ਕਰਕੇ ਭਰੋਸਾ ਪੈਂਦਾ ਹੈ ਕਿ ਹੁਣ ਆਪ ਦੇ ਉਪਦੇਸ਼ ਨਾਲ ਬ੍ਰਹਮ ਗਿਆਨ ਹੋ ਕੇ ਮੇਰਾ ਜਨਮ ਮਰਨ ਕੱਟਿਆ ਜਾਊ।
ਕਿਉਂਕਿ ਬ੍ਰਹਮ ਗਿਆਨ ਬਿਨਾ ਮੁਕਤੀ ਨਹੀਂ ਮਿਲਦੀ ਹੈ। ਬ੍ਰਹਮ ਗਿਆਨ ਸਤਿਗੁਰੂ ਬਿਨਾ ਨਹੀਂ ਮਿਲਦਾ ਹੈ। ਭਾਵੇਂ ਜਦ ਕਿ ਯੋਗ ਦੇ ਅਭਿਆਸ ਨਾਲ ਉਹ ਕਹਿਣ ਲੱਗਿਆ ਵੀ ਮੇਰੀ ਉਮਰ ਤਾਂ ਬਹੁਤ ਵੱਧ ਗਈ ਤੇ ਸੋ ਇੱਛਤ ਮ੍ਰਿਤ ਜੋਗੀ ਹਾਂ ਮੈਂ, ਭਾਵ ਜਦੋਂ ਮੇਰੀ ਇੱਛਾ ਹੋਊਗੀ ਉਦੋਂ ਮੈਂ ਮਰੂੰਗਾ। ਸਿੱਧੀਆਂ ਅਨੇਕਾਂ ਦਿਖਾ ਸਕਦਾ, ਸਿੱਧ ਪੁਰਖ ਵੀ ਅਨੇਕ ਐਸੇ ਮਿਲੇ ਨੇ ਜਿਹੜੇ ਸੁਰਗ ਨਰਕ ਆਕਾਸ਼ ਪਤਾਲ ਦਾ ਸਾਰਾ ਸੈਲ ਇੱਥੇ ਬੈਠੇ ਕਰਾਉਂਦੇ ਰਹੇ ਮਹਾਰਾਜ, ਪਰ ਮੇਰੇ ਮਨ ਨੂੰ ਸ਼ਾਂਤ ਕਿਤੋਂ ਨਹੀਂ ਹੋਈ। ਸੋ ਹੁਣ ਮੈਂ ਦੁਨੀਆ ਦੇ ਸਾਰੇ ਚਮਤਕਾਰੇ ਦੇਖ ਦੇਖ ਕੇ ਰੱਜ ਚੁੱਕਿਆ। ਕੋਈ ਪੁੰਨ ਜਾਗਿਆ ਜੋ ਅਕਾਲ ਪੁਰਖ ਦੀ ਪ੍ਰੇਰਨਾ ਨਾਲ ਤੁਹਾਡੇ ਦਰਸ਼ਨ ਹੋ ਗਏ। ਆਪ ਜੀ ਸਤਿਗੁਰੂ ਅਵਤਾਰ ਹੋ। ਇੰਨਾ ਕਹਿ ਕੇ ਉਹ ਗੁਰੂ ਸਾਹਿਬ ਦੇ ਉਹਨੇ ਚਰਨ ਫੜ ਲਏ। ਫਿਰ ਗੁਰੂ ਸਾਹਿਬ ਜੀ ਉੱਥੇ ਥਾਂ ਤੇ ਬੈਠ ਗਏ, ਘੋੜੇ ਤੋਂ ਉਤਰੇ, ਬੈਠੇ। ਸਿੱਖ ਵੀ ਇੱਕ ਪਾਸੇ ਹੋ ਕੇ ਬਹਿ ਗਏ। ਗੁਰੂ ਸਾਹਿਬ ਜੀ ਨੇ ਪਲੋ ਪਲੀ ਵਿੱਚ ਹੀ ਉਹਨੂੰ ਉਹ ਉਪਦੇਸ਼ ਦੇ ਕੇ ਨਿਹਾਲ ਕੀਤਾ ਜਿਹਦੇ ਨਾਲ ਉਹਨੂੰ ਬ੍ਰਹਮ ਗਿਆਨ ਹੋ ਗਿਆ। ਹੁਣ ਇਹ ਗੁਰਮੁਖੋ ਸਤਿਗੁਰੂ ਦੇ ਹੱਥ ਹੈ। ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਬਚਨ ਦਾ ਅਰਥ ਪ੍ਰਤੱਖ ਸਭ ਨੇ ਉੱਥੇ ਵੇਖਿਆ, ਜੀ ਤੋਂ ਉਸ ਸਾਧ ਦੇ ਮਨ ਵਿੱਚ ਭਰੋਸਾ ਹੋ ਗਿਆ ਕਿ ਗੁਰੂ ਸਾਹਿਬ ਨੇ ਬਚਨ ਤਾਂ ਸਭ ਸੱਚੇ ਹੀ ਨੇ, ਪਰ ਜਗਿਆਸੂ ਦੇ ਸਾਧਨਾਂ ਦੀ ਕਮੀ ਹੈ, ਕਸਰ ਹੈ। ਜਿਵੇਂ ਦੀਵਾ ਬੱਤੀ ਤੇਲ ਪਹਿਲਾਂ ਹੋਵੇ, ਅੱਗ ਛਹਾਉਣ ਸਾਰ ਚਾਨਣ ਹੋ ਜਾਂਦਾ ਹੈ, ਇਸੇ ਤਰ੍ਹਾਂ ਜੇ ਅੰਤਰੀਵ ਹਿਰਦੇ ਵਿੱਚ ਵਿਵੇਕ ਵਿਰਾਗ ਸਮਦਮ ਉਤਪ੍ਰਤ ਔਰ ਤਿਤਿਕਸ਼ਾ ਸ਼ਰਧਾ ਸਵਾਧਾਨਤਾ ਮਮੁਖਤਾ ਸ਼ਰਵਣ ਮੰਨਣ, ਇਹੋ ਜਿਹੇ ਸਾਧਨ ਵਾਲਾ ਜਿਹੜਾ ਪੁਰਖ ਹੁੰਦਾ ਹੈ ਨਾ, ਉਹਨੂੰ ਫਿਰ ਇੱਕ ਗਿਆਨ ਦੀ ਚਿੰਗਾਰੀ ਲਾਉਣ ਦੀ ਲੋੜ ਹੈ। ਉਹਨੂੰ ਉਦੋਂ ਬ੍ਰਹਮ ਗਿਆਨ ਪ੍ਰਕਾਸ਼ ਹੋ ਜਾਂਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਤੋ ਐਸੇ ਵਾਕ ਸਤਿਗੁਰੂ ਦੇ ਮੁਖ ਤੋਂ ਸਰਵਣ ਕਰਦਿਆਂ ਸਾਰ ਝਟਪਟ ਬ੍ਰਹਮ ਗਿਆਨ ਹੋ ਜਾਂਦਾ ਹੈ। ਰੇਵਾ ਦਾ ਜਿਹੜਾ ਇਹ ਪੁੱਤਰ ਸੀ, ਜਦੋਂ ਸਤਿਗੁਰਾਂ ਤੋਂ ਬ੍ਰਹਮ ਗਿਆਨ ਪਾਇਆ, ਇਹ ਬਹੁਤ ਜ਼ਿਆਦਾ ਪ੍ਰਸੰਨ ਮੁਖ ਦੰਡਵਕਰ ਹੋਇਆ। ਡੰਡੌਤ ਕਰ ਜੀਵਨ ਮੁਕਤ ਹੋ ਕੇ ਉਨਮੱਤ ਪੁਰਖ ਦੇ ਵਾਂਗੂ ਪਰਮ ਆਨੰਦ ਦੇ ਵਿੱਚ ਮਗਨ ਹੋਇਆ ਚਲਿਆ ਗਿਆ। ਤਾਂ ਸਤਿਗੁਰੂ ਦੀ ਇਹ ਸ਼ਕਤੀ ਵੇਖ ਕੇ ਸਭ ਸਿੱਖ ਵੀ ਬਹੁਤ ਅਚਰਜ ਹੋਏ, ਪ੍ਰਸੰਨ ਵੀ ਹੋਏ। ਗੁਰੂ ਸਾਹਿਬ ਜੀ ਸਿੱਖਾਂ ਸਮੇਤ ਡੇਰੇ ਆ ਗਏ। ਰਵਾਲਸਰ ਦੇ ਇਸ਼ਨਾਨ ਕੀਤੇ। ਜੋ ਨਿੱਕੇ ਮੋਟੇ 7 ਟਿੱਲੇ ਝਾਟਾਂ ਦੀਆਂ ਜੜਾਂ ਨਾਲ ਜਕੜੇ ਹੋਏ, ਉਹ ਪਾਣੀ ਵਿੱਚ ਤਰ ਰਹੇ ਨੇ। ਉੱਥੇ ਉਹ ਕਹਿੰਦੇ ਨੇ ਵੀ ਪਹਾੜ ਤਰਦੇ ਆ। ਦੇਖ ਕੇ ਸਿੱਖਾਂ ਨੂੰ ਨਿਸ਼ਚਾ ਹੋ ਗਿਆ ਵੀ ਇਹ ਕੋਈ ਤੀਰਥ ਦੀ ਕਰਾਮਾਤ ਨਹੀਂ, ਇਹ ਕੇਵਲ ਘਾਹ ਦੀਆਂ ਝੜਾਂ ਦੀਆਂ ਜੜਾਂ ਦੇ ਮਿਲਣ ਕਰਕੇ ਹੀ ਇਹ ਨਿੱਕੀਆਂ ਨਿੱਕੀਆਂ ਪੱਥਰੀਆਂ ਨੂੰ ਉਹਨਾਂ ਨੇ ਜਕੜ ਰੱਖਿਆ। ਇਸ ਕਰਕੇ ਵਿੱਚ ਜਿਹੜੀਆਂ ਨੇ ਉਹ ਤੁਰੀਆਂ ਫਿਰਦੀਆਂ, ਉਹ ਹੋਰ ਕੋਈ ਵੱਡੀ ਗੱਲ ਨਹੀਂ ਹੈ। ਹੁਣ ਉਹ ਟਿੱਲੇ ਪਾਉਣ ਦੇ ਨਾਲ ਇੱਧਰ ਉੱਧਰ ਫਿਰ ਜਦੋਂ ਜਿਹੜੇ ਟਿੱਲੇ ਜੇ ਬਣੇ ਹੋਏ, ਜਦੋਂ ਹਵਾ ਆਉਂਦੀ ਹੈ ਜਿੱਧਰ ਆਉਂਦੀ ਹੈ ਉੱਧਰ ਨੂੰ ਉਹ ਦੂਏ ਪਾਸੇ ਨੂੰ ਹੋ ਜਾਂਦੇ ਆ, ਇੱਧਰ ਉੱਧਰ ਫਿਰਦੇ ਨੇ। ਤੇ ਉਹ ਫਿਰ ਮਨੌਤ ਹੈ ਵੀ ਦੇਖੋ ਜੀ ਇੱਥੇ ਤਾਂ ਪੱਥਰ ਪਹਾੜ ਵੀ ਤਰਦੇ ਆ। ਅਗਲੇ ਦਿਨ ਗੁਰੂ ਸਾਹਿਬ ਜੀ ਕੋਲੇ ਜਦੋਂ ਸਾਰਿਆਂ ਰਾਜਿਆਂ ਦੇ ਮੇਲੇ ਵਿੱਚ ਆਏ ਹੋਏ ਲੋਕਾਂ ਦਾ ਦੀਵਾਨ ਗਹਿਮਾ ਗਹਿਮ ਕਰ ਰਿਹਾ ਸੀ, ਤਾਂ ਉਸ ਸਮੇਂ ਇੱਕ ਫਰਖਾਬਾਦ ਦਾ ਕਾਰੀਗਰ ਲੁਹਾਰ ਸਿੱਖ ਇੱਕ ਬੰਦੂਕ ਦੁਨਾਲੀ ਤੇ 2 ਤਮੰਚੇ, ਤਮੰਚਾ ਜਿਵੇਂ ਅੱਜ ਕੱਲ੍ਹ ਆਪਾਂ ਪਿਸਤੌਲ ਕਹਿੰਦੇ, ਉਦੋਂ ਵੀ ਉਹ ਥੋੜੇ ਲੰਮੀ ਨਾਲੀ ਦੇ ਪਿਸਤੌਲ ਹੁੰਦੇ ਸੀ, ਤੇ 2 ਬਾਗ ਬੱਚੇ। ਬਾਗ ਬੱਚਾ ਵੀ ਇਹ ਵੀ ਇੱਕ ਤਰ੍ਹਾਂ ਦੀ ਰਾਈਫਲ ਦਾ ਪਿਸਤੌਲਾਂ ਦਾ ਹੀ ਰੂਪ ਹੈ। 2 ਕਮਾਣਾ 300 ਕਾਨੀ ਤੀਰਾਂ ਦੀ ਤੇ 2 ਤਲਵਾਰਾਂ ਗੁਰੂ ਸਾਹਿਬ ਅੱਗੇ ਉਸਨੇ ਲਿਆ ਕੇ ਅਰਪਣ ਕੀਤੀਆਂ। ਉਹਨਾਂ ਸ਼ਾਸਤਰਾਂ ਨੂੰ ਵੇਖ ਕੇ ਸਾਰੇ ਰਾਜੇ ਵਾਹਵਾ ਕਰ ਰਹੇ ਸੀ। ਤਾਂ ਗੁਰੂ ਸਾਹਿਬ ਨੇ ਉਹੀ ਦੁਨਾਲੀ ਬੰਦੂਕ ਭਰ ਕੇ ਕਿਹਾ ਕਿ 100 ਗਜ ਉੱਤੇ ਕੋਈ ਸਿੱਖ ਨਿਸ਼ਾਨੇ ਦੇ ਸਾਹਮਣੇ ਖੜਾ ਹੋਵੇ ਤਾਂ ਇਹਦੀ ਮਾਰ ਵੇਖੀ ਜਾਵੇ। ਇਹਨਾਂ ਬਚਨ ਸੁਣਦਿਆਂ ਅਨੇਕਾਂ ਸਿੱਖ ਖੜੇ ਹੋ ਗਏ। ਗੁਰੂ ਸਾਹਿਬ ਨੇ ਕਿਹਾ ਵੀ 20-30 ਕਦਮਾਂ ਤੇ ਜਾ ਖੜੋ, ਦੇਖੀਏ ਕਿੰਨਿਆਂ ਕੁ ਵਿੱਚ ਦੀ ਗੋਲੀ ਨਿਕਲਦੀ ਹੈ। ਝੱਟ ਸਿੱਖਾਂ ਦੀ ਕਤਾਰ ਖੜ ਗਈ, ਇੱਕ ਤੋਂ ਇੱਕ ਅੱਗੇ ਹੋਣਾ ਚਾਹੁੰਦਾ ਹੈ। ਭਾਵੇਂ ਗੁਰੂ ਸਾਹਿਬ ਨੇ ਬੰਦੂਕ ਜਿਹੜੀ ਆ ਉਹ ਤਾਂ ਕਰਕੇ ਚਲਾਤੀ, ਪਰ ਸਿੱਖ ਭੋਰਾ ਵੀ ਡੋਲੇ ਨਹੀਂ। ਇਹ ਕੌਤਕ ਗੁਰੂ ਸਾਹਿਬ ਜੀ ਦਾ ਤੇ ਸਿੱਖਾਂ ਦਾ ਸਿਦਕ ਵੇਖ ਕੇ
ਸਾਰੇ ਹੱਕੇ ਬੱਕੇ ਰਹਿ ਗਏ। ਰਾਜੇ ਕਹਿਣ ਲੱਗੇ, ਜਿਨ੍ਹਾਂ ਦੇ ਸਿੱਖ ਐਸੇ ਸਿਦਕ ਵਾਲੇ ਸਿਰੋਂ ਪਰੇ ਡੇਰਾ ਰੱਖਦੇ ਆ, ਉਹਨਾਂ ਨਾਲ ਲੜਾਈ ਸਾਡੀ ਭਲਾ ਕੀ ਪੁੱਜੇਗੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਸਿਕੰਦਰ ਦੀ ਧਾਰ ਤੱਕ ਰਵਾਲਸਰ ਦੇ ਪਹਾੜਾਂ ਦਾ ਚੰਗੀ ਤਰ੍ਹਾਂ ਸੈਰ ਕਰਕੇ ਜਦੋਂ ਸਤਿਗੁਰਾਂ ਨੇ ਪਿਛਾਹਾਂ ਨੂੰ ਬਾਂਗਾ ਮੋੜੀਆਂ, ਤਾਂ ਮੰਡੀ ਵਾਲਾ ਰਾਜਾ ਸੁਦਰਸੈਨ ਬਹੁਤ ਪ੍ਰੇਮ ਨਾਲ ਗੁਰੂ ਸਾਹਿਬ ਜੀ ਨੂੰ ਮੰਡੀ ਆਪਣੇ ਘਰ ਲੈ ਗਿਆ, ਜੋ ਰਵਾਲਸਰ ਤੋਂ 5 ਕੋਹ ਹੈ। ਗੁਰੂ ਸਾਹਿਬ ਜੀ ਤਾਂ ਦਰਿਆ ਬਿਆਸਾ ਦੇ ਕੰਢੇ ਉਤਰੇ, ਮਾਤਾ ਜੀ ਰਾਜੇ ਦੇ ਮਹਿਲਾਂ ਵਿੱਚ। ਇਸੇ ਕਰਕੇ ਉੱਥੇ 2 ਗੁਰਦੁਆਰੇ ਹੈ। ਰਾਜੇ ਨੇ 1 ਮਹੀਨਾ ਗੁਰੂ ਸਾਹਿਬ ਨੂੰ ਬਹੁਤ ਸ਼ਰਧਾ ਨਾਲ ਰੱਖਿਆ, ਸ਼ਿਕਾਰ ਖੜਾਏ, ਕਈ ਕਿਲੇ ਦਿਖਾਏ। ਕਿਲਾ ਕਮਲਾਹਗੜ੍ਹ ਇਹ ਕਿਲੇ ਦਾ ਨਾਂ ਹੈ। ਉਹਨੂੰ ਦੇਖ ਕੇ ਗੁਰੂ ਸਾਹਿਬ ਜੀ ਨੇ ਬਹੁਤ ਸਲਾਹਿਆ। ਰਾਜੇ ਸੁਦਰਸੈਨ ਮੰਡੀ ਵਾਲੇ ਨੇ ਬੇਨਤੀ ਕੀਤੀ, ਮਹਾਰਾਜ ਫਿਰ ਤੁਸੀਂ ਕਿਰਪਾ ਕਰੋ, ਇੱਥੇ ਹੀ ਨਿਵਾਸ ਕਰ ਲਓ। ਇਹ ਸਾਰਾ ਪਰਗਣਾ ਕਿਲੇ ਸਮੇਤ ਤੁਹਾਡਾ ਹੋਇਆ, ਕਿਉਂਕਿ ਇਹ ਕਿਲਾ ਅਟੁੱਟ ਹੈ। ਸਿਕੰਦਰ ਬਾਦਸ਼ਾਹ ਤੋਂ ਵੀ ਇਹ ਕਿਲਾ ਫਤਿਹ ਨਹੀਂ ਸੀ ਹੋਇਆ। ਗੁਰੂ ਸਾਹਿਬ ਕਹਿਣ ਲੱਗੇ, ਖਾਲਸਾ ਇਹਨੂੰ ਫਤਿਹ ਕਰੂਗਾ, ਸਮਾਂ ਆਉਣਾ। ਇਹ ਬਚਨ ਸੁਣ ਕੇ ਰਾਜਾ ਕੰਬ ਗਿਆ, ਮਹਾਰਾਜ ਮੇਰੀ ਫਿਰ ਰਾਜਧਾਨੀ ਖਾਲਸਾ ਕੀ ਛੱਡੂਗਾ। ਗੁਰੂ ਸਾਹਿਬ ਨੇ ਇੱਕ ਪੋਥੀ ਬਖਸ਼ੀ, ਬਚਨ ਕੀਤਾ, ਜਦੋਂ ਤੱਕ ਤੇਰੀ ਸੰਤਾਨ ਇਸ ਪੋਥੀ ਨੂੰ ਅਦਬ ਨਾਲ ਪੂਜਾ 'ਚ ਰੱਖੇਗੀ, ਤਦ ਤੱਕ ਤੁਹਾਡੀ ਰਾਜਧਾਨੀ ਬਣੀ ਰਹੂਗੀ। ਇਹ ਵਰ ਲੈ ਕੇ ਰਾਜਾ ਮੰਡੀ ਵਾਲਾ ਬਹੁਤ ਖੁਸ਼ ਹੋਇਆ। ਅਗਲੇ ਦਿਨ ਗੁਰੂ ਸਾਹਿਬ ਨੇ ਨਦੀ ਵਿੱਚ ਘੜੀ ਸੁਟਵਾਈ, ਨਿਸ਼ਾਨੇ ਲਗਵਾਏ, ਪਰ ਹੋਰ ਕਿਸੇ ਦਾ ਨਿਸ਼ਾਨਾ ਨਾ ਲੱਗਿਆ। ਇੱਕ ਰਾਜੇ ਸੁਦਰਸੈਨ ਨੇ ਉਥਲ ਕੇ ਘੜੀ ਮੁੱਧੀ ਕਰਤੀ, ਪਰ ਟੁੱਟੀ ਉਸ ਤੋਂ ਬਿਨਾਂ। ਇਸੇ ਗੱਲ ਪਰ ਸਤਿਗੁਰਾਂ ਨੇ ਖੁਸ਼ ਹੋ ਕੇ ਬਚਨ ਕੀਤਾ ਵੀ ਕੋਈ ਗਨੀਮ ਭਾਵ ਦੁਸ਼ਮਣ ਤੇਰੇ ਪਰ ਚੜ੍ਹ ਕੇ ਆਵੇਗਾ, ਉਹਦੇ ਉੱਤੇ ਅਜਗੈਬੀ ਗੋਲੇ ਵਰਨਗੇ, ਇਸ ਘੜੀ ਵਾਂਗੂ ਮੁੱਧਾ ਹੋ ਕੇ ਚਲਿਆ ਜਾਊ। ਇਹ ਬਚਨ ਗੁਰੂ ਸਾਹਿਬ ਦਾ ਅਨੇਕਾਂ ਵਾਰੀ ਮੰਡੀ ਵਾਲੇ ਰਾਜੇ ਨੇ ਪ੍ਰਤਿਆ ਕੇ ਦੇਖਿਆ। ਇੱਕ ਵਾਰੀ ਪਰਬਤੀ ਰਾਜੇ ਸੁਕੇਤ ਵਾਲੇ ਦੀ ਸਹਾਇਤਾ 'ਚ ਆ ਕੇ ਮੰਡੀ ਪਰ ਲੜੇ, ਅੰਤ ਨੂੰ ਹਾਰ ਗਏ। ਫਿਰ ਰਾਮਗੜੀਏ, ਕਨਈਏ, ਸਰਦਾਰ ਕਈ ਵਾਰ ਮੰਡੀਪੁਰ ਚੜ੍ਹ ਕੇ ਗਏ, ਪਰ ਸਿੱਖੀ ਫੌਜ ਉੱਤੇ ਐਸੇ ਅਜਗੈਬੀ ਪੱਥਰ ਵਰੇ ਜੀ ਤੋਂ ਭੈ ਖਾ ਕੇ ਫਿਰ ਉਹ ਹਾਰ ਕੇ ਹਟਿਆ ਏ। ਇਸੇ ਕਰਕੇ ਹੀ ਮਹਾਰਾਜੇ ਰਣਜੀਤ ਸਿੰਘ ਨੇ ਕਮਲਾਹਗੜ੍ਹ ਨੂੰ ਫਤਿਹ ਕਰਕੇ ਮੰਡੀ ਤੇ ਚੜ੍ਹਾਈ ਨਹੀਂ ਸੀ ਕੀਤੀ, ਕਮਲਾਹਗੜ੍ਹ ਕਿਲਾ ਫਤਿਹ ਕਰ ਲਿਆ ਸੀ। ਮੰਡੀ ਵਾਲੇ ਰਾਜੇ ਤੋਂ ਵਿਦਾ ਹੋ ਕੇ ਗੁਰੂ ਸਾਹਿਬ ਜੀ ਫਿਰ ਜਿਹੜਾ ਜਵਾਲਾਮੁਖੀ ਵਾਲਾ ਰਸਤਾ ਹੈ, ਉਸ ਰਸਤੇ ਤੋਂ ਹੁੰਦੇ ਨਦੌਣ ਨੂੰ ਆਏ, ਪਰ ਉਤਰੇ ਨਹੀਂ, ਕਿਉਂਕਿ ਜਵਾਲਾਮੁਖੀ ਬਸਤੀ ਦੇ ਵਿੱਚ ਉਸ ਸਮੇਂ ਇਹ ਜਿਹੜੀ ਜਵਾਲਾਮੁਖੀ ਹੈ ਨਾ, ਇਹ ਵੀ ਜਾਣ ਲੈਣਾ ਚਾਹੀਦਾ ਕਿ ਹੁਣ ਜੇ ਗੁਰੂ ਸਾਹਿਬ ਜੀ ਦੇਵੀ ਦੇ ਮੰਨਣ ਪੂਜਣ ਵਾਲੇ ਹੁੰਦੇ ਤਾਂ ਉਹਨਾਂ ਲਾਟਾਂ ਨੂੰ ਈਸ਼ਵਰੀ ਸ਼ਕਤੀ ਸਮਝਦੇ ਤਾਂ ਜਵਾਲਾ ਜੀ ਦੇ ਮੰਦਿਰ ਤੋਂ 2 ਕੋਹ ਕਿਨਾਰੇ ਨੇੜਿਓਂ ਇਉਂ ਦਰਸ਼ਨ ਕੀਤੇ ਬਿਨਾਂ ਭਲਾ ਕਿਵੇਂ ਮਹਾਰਾਜ ਚੱਲੇ ਆਉਂਦੇ ਪਰ ਪਾਸੇ ਕੋਲ ਦੀ ਆਏ ਮਹਾਰਾਜ ਨਹੀਂ। ਸਗੋਂ ਇਦੋਂ ਪਹਿਲਾਂ ਨਦੌਣ ਜਿਹੜਾ 5 ਕੋਸ ਮੰਦਿਰ ਤੋਂ ਉੱਥੇ ਕਈ ਦਿਨ ਰਹੇ ਮਹਾਰਾਜ, ਜੰਗ ਕੀਤਾ, ਸ਼ਿਕਾਰ ਖੇਲੇ, ਪਰ ਸਤਿਗੁਰੂ ਜਵਾਲਾਮੁਖੀ ਨਹੀਂ ਗਏ। ਇਹ ਵਿਹਾਰ ਤੋਂ ਸਾਬਤ ਹੈ, ਗਿਆਨੀ ਜੀ ਕਹਿੰਦੇ ਭਾਈ ਅੰਦਾਜ਼ਾ ਲਾਓ ਕਿ ਉਹ ਲਾਟਾਂ ਨੂੰ ਠੀਕ ਗੁਰੂ ਸਾਹਿਬ ਜੀ ਵੀ ਗੰਧਕ ਦੀ ਖਾਣ ਦਾ ਧੂਆਂ ਸਮਝਦੇ ਆ, ਕੋਈ ਦੇਵੀ ਨਹੀਂ। ਅਸਲ ਵਿੱਚ ਉੱਥੇ ਧਰਤੀ ਹੇਠਾਂ ਗੰਧਕ ਹੈ, ਜਿਹਦੇ ਕਰਕੇ ਉੱਥੋਂ ਅਗਨੀ ਜਿਹੜੀ ਹੈ ਕਿਤੇ ਕਿਤੋਂ ਉਹ ਮੱਚਦੀ ਪ੍ਰਗਟ ਜੀ ਹੁੰਦੀ ਰਹਿੰਦੀ ਹੈ। ਤੇ ਤਾਂ ਨਹੀਂ ਗਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਕਿਉਂ ਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਉੱਥੇ ਉਸ ਸਮੇਂ ਜਿਹੜੀ ਇਹ ਜਵਾਲਾਮੁਖੀ ਬਸਤੀ, ਉਹਦੇ ਵਿੱਚ ਉਸ ਸਮੇਂ ਗੁਸਾਈ ਫਕੀਰਾਂ ਦੇ ਬੜੇ ਧਨੀ ਮੱਠ ਹੁੰਦੇ ਸੀ, ਜਿਨ੍ਹਾਂ ਦੇ ਚੇਲੇ ਬਣੇ ਹੋਏ ਪਹਾੜੀ ਰਾਜੇ ਬਹੁਤ ਸਨ। ਉਹਨਾਂ ਮੱਠ ਧਾਰੀਆਂ ਵਿੱਚੋਂ ਇੱਕ ਵਿਜੇ ਭਾਰਤੀ ਦੇ ਮੱਠ ਨੇ, ਜਿਹੜਾ ਮੱਠ ਲਖਪਤੀ ਸੀ। ਇਹ ਲੋਕ ਉਸ ਸਮੇਂ ਹੀਰੇ, ਮੋਤੀ, ਮੂੰਗੇ ਇਹੋ ਜਿਹੇ ਜਿਹੜੇ ਹੈ ਕਰੀਨੇ ਮਾਲ ਦਾ ਵਪਾਰ ਬਹੁਤ ਕਰਦੇ ਹੁੰਦੇ। ਸੋ ਉਹਨਾਂ ਦਾ ਕਾਫਲਾ ਸਿੰਘਾਂ ਨੂੰ ਰਾਹ 'ਚ ਟੱਕਰ ਗਿਆ, ਬੋਲੀ ਠੋਲੀ ਹੋ ਗਈ, ਥੋੜ੍ਹੀ ਬਹੁਤੀ ਆਪੋ 'ਚ ਲੜਾਈ ਹੋ ਗਈ।
ਭਾਵੇਂ ਆਪਣੇ ਸ਼ਸਤਰ ਧਾਰੀ ਤੇ ਉਹਨਾਂ ਨੂੰ ਦੌਲਤਮੰਦ ਹੋਣ ਦਾ ਬਹੁਤ ਹੰਕਾਰ ਸੀ, ਪਰ ਸਿੰਘਾਂ ਅੱਗੇ ਕੋਈ ਪੇਸ਼ ਨਾ ਗਈ ਤੇ ਹਾਰ ਕੇ ਉਹਨਾਂ ਨੂੰ ਭੱਜਣਾ ਪਿਆ। ਇਸੇ ਤਰ੍ਹਾਂ ਅਨੇਕਾਂ ਨੂੰ ਦੰਡ ਦਿੰਦੇ, ਰਾਜਿਆਂ ਦੇ ਮਹਿਮਾਨ ਹੁੰਦੇ ਗੁਰੂ ਸਾਹਿਬ ਫਿਰ ਆਨੰਦਪੁਰ ਸਾਹਿਬ ਆ ਵਿਰਾਜੇ। ਸਾਰੇ ਲੋਕਾਂ ਨੇ ਹਾਜ਼ਰ ਹੋ ਕੇ ਦਰਸ਼ਨ ਕੀਤੇ, ਨਜ਼ਰਾਨੇ ਭੇਟਾਂ ਦਿੱਤੀਆਂ। ਉਸੇ ਦਿਨ ਤੋਂ ਜਿਉਂ-ਜਿਉਂ ਦੇਸ਼ਾਂ ਵਿੱਚ ਖਬਰ ਹੋਈ, ਫਿਰ ਸੰਗਤਾਂ ਤਿਉਂ-ਤਿਉਂ ਆਉਣ ਲੱਗੀਆਂ, ਭੇਟਾਂ ਚੜ੍ਹਾਉਣ ਲੱਗੀਆਂ, ਬਹੁਤ ਰੌਣਕਾਂ ਵਧੀਆਂ। ਸ਼ਾਸਤਰ ਵਿੱਦਿਆ ਦਾ ਅਭਿਆਸ ਬਹੁਤ ਕਰਾਉਣ ਲੱਗੇ। ਹਮੇਸ਼ਾ ਹੀ ਅੰਮ੍ਰਿਤ ਛਕ ਕੇ ਸਿੱਖ ਸਿੰਘ ਸਜਣ ਲੱਗੇ। ਉਸ ਸਮੇਂ ਭਾਈ ਨੰਦ ਲਾਲ, ਗੰਡਾ ਸਿੰਘ, ਕਰਮ ਸਿੰਘ ਇਤਿਆਦਿਕ ਵਿਦਵਾਨਾਂ ਦਾ ਸਤਸੰਗ ਵਿੱਦਿਆ ਪੜ੍ਹਨ ਦਾ ਜਿਹੜਾ ਹੁਕਮ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਸੀ, ਇਸ ਕਰਕੇ ਇਹ ਜਿਹੜਾ ਭਾਈ ਨੰਦ ਲਾਲ ਜੀ, ਗੰਡਾ ਸਿੰਘ, ਭਾਈ ਕਰਮ ਸਿੰਘ, ਇਹਨਾਂ ਦੇ ਡੇਰਿਆਂ ਵਿੱਚ ਬੜਾ ਇਕੱਠ ਹੁੰਦਾ, ਵਿੱਦਿਆ ਪੜ੍ਹਾਉਂਦੇ ਹੁੰਦੇ ਸੀ। ਡੇਰੇ ਦਾ ਭਾਵ ਸਮਝਣਾ, ਵੱਡੇ ਵੱਡੇ ਤੰਬੂ ਹੁੰਦੇ ਸੀ, ਉਹਨੂੰ ਡੇਰਾ ਕਿਹਾ ਜਾਂਦਾ ਸੀ। ਉੱਥੇ ਬੈਠ ਕੇ ਬਹੁਤ ਰੌਣਕ ਇਹਨਾਂ ਦੇ ਡੇਰਿਆਂ ਵਿੱਚ ਬਣੀ ਰਹਿੰਦੀ। ਇੱਕ ਦਿਨ ਗੁਰੂ ਸਾਹਿਬ ਜੀ ਦੀਵਾਨ ਦੇ ਵਿੱਚ ਨੇ ਤੇ ਮਹਾਰਾਜ ਦੇ ਅੱਗੇ ਇੱਕ ਲਾਲ ਸਿੰਘ, ਜਿਹੜਾ ਕਿ ਲੋਹਾਰ ਮਿਸਤਰੀ, ਉਹਨੇ ਢਾਲਾ ਨਜ਼ਰਾਨਾ ਭੇਟ ਕੀਤਾ, ਢਾਲ ਜਿਹਨੂੰ ਸਾਰਿਆਂ ਨੇ ਸਲਾਹਿਆ। ਤੇ ਹੁਣ ਕਾਫੀ ਗੱਲਾਂ ਬਾਤਾਂ ਵਿੱਚ ਮਹਾਰਾਜ ਕਹਿੰਦੇ ਬਹੁਤ ਚੰਗਾ ਹੈ, ਉਹਦੀਆਂ ਖੂਬੀਆਂ ਦੱਸਦਾ ਲਾਲ ਸਿੰਘ ਕਹਿੰਦਾ ਤੇਰਾ ਜੇ ਗੋਲੀ ਮਾਰੋ ਤਾਂ ਨਾ ਲੰਘੇ, ਕਿਉਂਕਿ ਢਾਲ ਜਿਹੜੀ ਹੁੰਦੀ ਸੀ ਉਹ ਐਵੇਂ ਨਹੀਂ ਸੀ ਬਣਦੀ, ਗੈਂਡੇ ਦਾ ਚਮੜਾ ਵਗੈਰਾ ਲਾ ਕੇ ਉਹਨੂੰ ਬਹੁਤ ਮਿਹਨਤ ਕਰਦੇ ਹੁੰਦੇ ਸੀ ਤੇ ਇੰਨਾ ਉੱਤੋਂ ਨਰਮ ਮੁਲਾਇਮ ਬਣਾਉਂਦੇ ਸੀ ਕਿ ਜੇ ਕੁਛ ਲੱਗਦਾ ਸੀ ਨਾ ਉਹਦੇ ਤੇ ਤਿਲਕ ਜਾਂਦਾ ਸੀ। ਗੁਰੂ ਮਹਾਰਾਜ ਜੀ ਕਹਿਣ ਲੱਗੇ ਜੇ ਸਾਡੀ ਬੰਦੂਕ ਦੀ ਗੋਲੀ ਇਸ ਢਾਲੇ ਨੇ ਥੁੱਕ ਸਿੱਟੀ ਤਾਂ ਇਹਨੂੰ ਪੱਕਾ ਜਾਣਾਂਗੇ। ਉਹ ਕਹਿੰਦਾ ਭਾਵੇਂ 20 ਮਾਰ ਲਓ, ਕੋਈ ਸ਼ੇਕ ਨਹੀਂ ਕਰੂ। ਇਸੇ ਵੈਸੇ ਸਤਿਗੁਰਾਂ ਨੇ ਵਿਚਾਰਿਆ ਵੀ ਇਹ ਝੂਠਾ ਹੱਠ ਕਰਦਾ ਸਿੱਖ, ਸੇਵਾ ਵੀ ਕੀਤੀ ਪਰ ਸੂਖਮ ਹਉਮੈ ਹੈ, ਤੇ ਹਉਮੈ ਤਾਂ ਫਿਰ ਇਉਂ ਮੇਰੇ ਸਿੱਖ ਨੂੰ ਡੋਬ ਦੂ, ਇਹਦੀ ਹਉਮੈ ਨਿਵਰਤ ਕਰੀਏ। ਤੇ ਹੁਣੇ ਢਾਲਾ ਭੰਨ ਦਿੱਤਾ ਤਾਂ ਇਹਨੂੰ ਸ਼ਰਮਿੰਦਾ ਹੋਣਾ ਪੈਣਾ। ਸਿੱਖ ਦੀ ਗੱਲ ਰੱਖਣ ਲਈ ਹੁਕਮ ਦਿੱਤਾ, ਉਹ ਕਰੀ ਕੱਲ ਨੂੰ ਬੰਦੂਕ ਚਲਾਵਾਂਗੇ। ਜਦੋਂ ਲਾਲ ਸਿੰਘ ਨੇ ਘਰ ਜਾ ਕੇ ਵਿਚਾਰ ਕੀਤੀ, ਇਹਦੀ ਪਤਨੀ ਨੇ ਵੀ ਕਿਹਾ ਤੈਨੂੰ ਇਹ ਗੱਲ ਨਹੀਂ ਸੀ ਬੋਲਣੀ ਚਾਹੀਦੀ, ਗੁਰੂ ਸਮਰੱਥ ਹੈ, ਭਲਾ ਗੁਰੂ ਅੱਗੇ ਕੀ ਚੀਜ਼ ਹੈ। ਫਿਰ ਇਹ ਬਹੁਤ ਪਛਤਾਇਆ ਵੀ ਮੈਂ ਬਹੁਤ ਵੱਡਾ ਗੁਨਾਹ ਕੀਤਾ, ਗੁਰੂ ਸਾਹਿਬ ਦੇ ਬਰਾਬਰ ਬੋਲਦਾ ਰਿਹਾ। ਗੁਰੂ ਚਾਹੇ ਤਾਂ ਤਰਲੋਕੀ ਤੋੜ ਦੇਵੇ, ਪਰਬਤ ਭੰਨ ਸੁੱਟੇ, ਢਾਲਾ ਕੀ ਚੀਜ਼ ਹੈ। ਫਿਰ ਉਹਨੇ ਸੁਣਿਆ ਹੋਇਆ ਸੀ ਵੀ ਜਿਹੜੀ ਗੁਰੂ ਕੀ ਸੰਗਤ ਹੈ, ਗੁਰੂ ਦੇ ਸਿੱਖਾਂ ਨੂੰ, ਪੰਜਾਂ ਨੂੰ ਮਹਾਰਾਜ ਨੇ ਬਹੁਤ ਬਲ ਦਿੱਤਾ ਹੈ, ਸੰਗਤ ਬਲੀ ਹੈ। ਇਉਂ ਕਰੀਏ 5 ਸਿੰਘ ਤੇ ਹੋਰ ਸੰਗਤਾਂ ਸੱਦੀਏ, ਅਰਦਾਸ ਕਰਾਈਏ, ਸੰਗਤ ਅੱਗੇ ਆਪਣੇ ਮਨ ਦੀ ਇੱਛਾ ਪ੍ਰਗਟ ਕਰਕੇ ਅਰਦਾਸਾ ਸੁਧਾਇਆ। ਉਹ ਸਿੰਘ ਕਹਿੰਦੇ ਲੈ ਲਾਲ ਸਿੰਘਾ ਜਲ ਪਾਣੀ ਛਕਾਇਆ ਭਾਈ ਤੈਂ ਗੁਰੂ ਨਿਮਿਤ, ਅਰਦਾਸ ਕਰਾਂਗੇ ਹੁਣ। ਤੇ ਅਰਦਾਸ ਦੇ ਵਿੱਚ ਤੂੰ ਇਕਾਗਰ ਮਨ ਦੇ ਨਾਲ ਜੋ ਇੱਛਾ ਰੱਖ ਕੇ ਖੜੇਗਾ ਉਹ ਪੂਰੀ ਹੋਊ। ਅਰਦਾਸ ਗੁਰਮੁਖੋ ਜਿਹੜੀ ਹੈ ਨਾ, ਇਹ ਆਪਣੇ ਹਿਰਦੇ ਦੀ ਗੱਲ ਅਸੀਂ ਗੁਰੂ ਨੂੰ ਦੱਸਦੇ ਹਾਂ। ਚਲੋ ਇੱਕ ਗੱਲ ਵਿੱਚ ਆ ਗਈ, ਮੈਂ ਕੋਈ ਹੁਣ ਇਹ ਪਾਬੰਦੀਆਂ ਤਾਂ ਨਹੀਂ ਹੈ ਕੋਈ, ਪਰ ਆਪਾਂ ਸਾਰੇ ਗੁਰੂ ਕੇ ਸਿੱਖ ਹੈ। ਇੱਕ ਮੈਂ ਰਾਏ ਦਿੰਦਾ ਹਾਂ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਤੁਸੀਂ ਕਦੇ ਸੋਚੋ ਵੀ ਜੇ ਅਰਦਾਸ ਵਿੱਚ ਕੋਈ ਵਿੱਚ ਦੀ ਆ ਕੇ ਮੱਥਾ ਟੇਕੇ ਆਪਾਂ ਨੂੰ ਚੰਗਾ ਤਾਂ ਨਹੀਂ ਲੱਗਦਾ? ਕਿਉਂ ਨਹੀਂ ਲੱਗਦਾ? ਜੇ ਹੁਣ ਸਾਰਿਆਂ ਨੂੰ ਪਤਾ ਵੀ ਅਰਦਾਸ ਵਿੱਚ ਕੁਛ ਨਹੀਂ ਹਿੱਲਣਾ ਜੁਲਣਾ, ਜਿੱਥੇ ਖੜੇ ਬੈਠੇ ਉੱਥੇ ਹੀ ਖੜ ਜਾਓ, ਅਰਦਾਸ ਹੁੰਦੀ ਹੈ। ਇਹ ਨੁਕਤਾ ਨੋਟ ਕਰਿਓ। ਇਹ ਵੀ ਕੋਈ ਮੈਂ ਨਵੀਂ ਗੱਲ ਵੀ ਨਹੀਂ ਦੱਸਣ ਲੱਗਿਆ। ਜਿਹੜੇ ਪੁਰਾਤਨ ਸਿੰਘ ਜਾਣਕਾਰ ਉਹ ਜੋ ਮੈਂ ਦੱਸਾਂਗਾ ਉਵੇਂ ਹੀ ਕਰਦੇ ਆ, ਪਰ ਅਸੀਂ ਅਣਭੋਲ ਅਣਜਾਣ ਜਾਂ ਹਠੀ ਆ, ਹੱਠ ਨਹੀਂ ਛੱਡਦੇ। ਅਰਦਾਸ ਦਾ ਭਾਵ ਕੀ ਹੈ? ਅਸੀਂ ਆਪਣੇ ਹਿਰਦੇ ਦੀ ਗੱਲ ਗੁਰੂ ਨੂੰ ਕਹਿ ਰਹੇ ਹਾਂ। ਤੇ ਮੈਂ ਇੱਕ ਬੇਨਤੀ ਕਰਾਂ ਵੀ ਆਪਾਂ ਕਿਸੇ ਬੰਦੇ ਨੂੰ ਆਪਣੇ ਮਨ ਦੀ ਗੱਲ ਕਹੀਏ ਤੇ ਆਪਣੀ ਭਾਵਨਾ ਹੁੰਦੀ ਹੈ ਵੀ ਸੁਣਨ ਵਾਲਾ ਮੇਰੀ ਗੱਲ ਪੂਰੀ ਧਿਆਨ ਨਾਲ ਸੁਣੇ। ਤੇ ਜੇ ਕੋਈ ਆਪਾਂ ਕਿਸੇ ਨੂੰ ਆਪਣੇ
ਜ਼ਰੂਰੀ ਗੱਲ ਦੱਸ ਰਹੇ, ਕੋਈ ਵਿੱਚੋਂ ਆ ਕੇ ਉਹ ਬੰਦੇ ਨੂੰ ਕਦੇ ਕੁਛ ਕਹਿ ਦੇਵੇ, ਆਪਾਂ ਨੂੰ ਕਹਾਂਗੇ ਵੀ ਰੁਕ ਜਾ, ਮੈਨੂੰ ਆਪਣੀ ਗੱਲ ਪਹਿਲਾਂ ਦੱਸ ਲੈਣ ਦੇ, ਤੂੰ ਵਿਗਨ ਜਾ ਨਾ ਪਾ। ਹੁਣ ਆਪਾਂ ਆਪਣੀ ਗੱਲ ਦੱਸਤੀ, ਤੇ ਹੁਣ ਜਿਹੜਾ ਆਪਾਂ ਆ ਸਕਾਂ ਮੂਹਰੇ ਵਾਲਾ ਕੀ ਕਹਿ ਰਿਹਾ ਉਹਦੇ ਨਿਮਿੱਤ, ਤੇ ਜਦੋਂ ਮੂਹਰੇ ਵਾਲਾ ਕੁਛ ਕਹੇ ਆਪਾਂ ਕਿਤੇ ਉਹਦਾ ਲੜ ਐ ਨੂੰ ਕਰ ਦਈਏ, ਕਿਤੇ ਉਹਦੇ ਇੱਧਰਲੇ ਪਾਸੇ ਹੋ ਜਾਈਏ, ਕਿਤੇ ਪਿਛਲੇ ਪਾਸੇ ਹੋ ਜਾਈਏ, ਕਿਤੇ ਉਹਦਾ ਪੱਲਾ ਇਹਨੂੰ ਕਰ ਦਈਏ, ਤੇ ਉਹ ਕੀ ਕਹੂ ਵੀ ਤੂੰ ਬੰਦਾ, ਤੂੰ ਮੈਨੂੰ ਗੱਲ ਦੱਸਤੀ, ਮੇਰੀ ਗੱਲ ਤਾਂ ਸੁਣ ਲੈ। ਇਹਦੇ ਵਿੱਚ ਖੜ ਕੇ ਸਾਵਧਾਨਤਾ ਨਾਲ ਅਸੀਂ ਅਰਦਾਸ ਕਰਦੇ ਹਾਂ ਕਿ ਬਿਲਕੁਲ ਹਿਲਚੁਲ ਨਾ ਹੋਵੇ, ਅਸੀਂ ਆਪਣੇ ਹਿਰਦੇ ਦੀ ਗੱਲ ਗੁਰੂ ਨੂੰ ਦੱਸੀਏ, ਤੇ ਗੁਰੂ ਫਿਰ ਅਰਦਾਸ ਤੋਂ ਬਾਅਦ ਹੁਕਮ ਬਖਸ਼ਦਾ। ਤੇ ਉਦੋਂ ਕੋਈ ਇੱਧਰ ਦੀ ਮੱਥਾ, ਕੋਈ ਐਂ ਦੀ ਮੱਥਾ, ਕੋਈ ਉਹ, ਕੋਈ ਕਿਵੇਂ, ਤੇ ਕੀ ਗੱਲ ਵੀ ਗੁਰੂ ਕੀ ਕਹੂ ਵੀ ਹੁਣ ਮੇਰੀ ਵੀ ਤਾਂ ਸੁਣ ਲਓ। ਇਸ ਕਰਕੇ ਮਰਜ਼ਾਦਾ ਕੀ ਹੈ, ਬੇਨਤੀ ਕਰਾਂ ਅਰਦਾਸ ਦੇ ਵਿੱਚ ਜਿਵੇਂ ਅਸੀਂ ਸਾਵਧਾਨ ਹੈ। ਅਰਦਾਸ ਹੋ ਗਈ, ਜਿੱਥੇ ਖੜੇ ਹੋ, ਚਾਹੇ ਤੁਸੀਂ ਅਰਦਾਸ ਵਿੱਚ ਹੀ ਆਏ ਹੋ, ਚੱਲਦੀ ਅਰਦਾਸ ਉੱਥੇ ਹੀ ਬਹਿ ਜਾਓ। ਹੁਕਮਨਾਮਾ ਹੋਣ ਤੋਂ ਬਾਅਦ, ਫਤਿਹ ਉਪਜਾਈ ਤੋਂ ਬਾਅਦ ਫੇਰ ਉੱਠ ਕੇ ਨਮਸਕਾਰ ਕਰੋ, ਚਾਹੇ ਪ੍ਰਕਰਮਿਆਂ ਕਰਨੀ ਹੈ ਪ੍ਰਕਰਮਿਆਂ ਕਰੋ, ਜਿਵੇਂ ਮਰਜ਼ੀ ਬੈਠੋ। ਹੁਕਮਨਾਮਾ ਜਦੋਂ ਹੋ ਰਿਹਾ ਹੈ, ਇਹ ਮਰਜ਼ਾਦਾ ਨਹੀਂ ਹੈ ਵੀ ਇੱਧਰੋਂ ਹੁਕਮਨਾਮਾ ਹੋਈ ਜਾਂਦਾ ਹੈ, ਕੋਈ ਇੱਧਰ ਦੀ ਮੱਥਾ, ਕੋਈ ਐਂ ਦੀ, ਕੋਈ ਕੁਛ। ਇਹ ਸਾਡੀ ਮਨਮੱਤ ਹੈ। ਅਰਦਾਸ ਵਿੱਚ ਅਸੀਂ ਕਹਿੰਦੇ ਸਾਡੀ ਗੱਲ ਤਾਂ ਗੁਰੂ ਤੂੰ ਸਾਵਧਾਨਤਾ ਨਾ ਸੁਣ, ਲੇਕਿਨ ਜਦੋਂ ਤੂੰ ਹੁਕਮ ਸੁਣਾਉਣਾ ਸਾਡੀ ਕੋਈ ਸਾਵਧਾਨਤਾ ਨਹੀਂ, ਸੁਣਾਈ ਜਾ, ਅਸੀਂ ਆਪ ਦੇ ਕੰਮ ਕਰ। ਮਰਜ਼ਾਦਾ ਤੁਸੀਂ ਪ੍ਰਾਤਨ ਨੂੰ ਕਿਸੇ ਨੂੰ ਵੀ ਪੁੱਛ ਲਿਓ, ਜਿੰਨੇ ਕੋਈ ਪ੍ਰਾਤਨ ਗੁਰਮੁਖ ਹੈ ਨਾ, ਕਿਸੇ ਨੂੰ ਪੁੱਛਿਓ, ਉਹ ਇਹੀ ਕਹਿਣਗੇ ਅਰਦਾਸ ਵਿੱਚ ਜਿੱਥੇ ਖੜੇ ਹੋ ਉੱਥੇ ਬਹਿ ਜਾਓ, ਬੈਠ ਕੇ ਪਹਿਲਾਂ ਗੁਰੂ ਕਾ ਹੁਕਮ ਸੁਣੋ ਸਾਵਧਾਨਤਾ ਨਾਲ। ਜਦੋਂ ਫਤਿਹ ਬੁਲਾਈ ਗਈ ਹੁਕਮਨਾਮੇ ਤੋਂ ਬਾਅਦ ਫਿਰ ਉੱਠੋ, ਮੱਥਾ ਟੇਕੋ, ਭੇਟਾ ਰੱਖੋ, ਪ੍ਰਕਰਮਿਆਂ ਮਨ ਹੈ ਪ੍ਰਕਰਮਿਆਂ ਕਰੋ, ਉਸੇ ਤਰ੍ਹਾਂ ਬਹਿ ਗਏ। ਉਹ ਕੋਈ ਇਸ ਗੱਲ ਨਹੀਂ। ਫਿਰ ਇਹ ਜਿਹੜੀ ਹੈ ਅਸਲ ਮਰਜ਼ਾਦਾ ਹੈ ਇਹ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਚਲੋ ਗੱਲ ਆ ਗਈ ਵਿੱਚ, ਤੇ ਉਹ ਕਹਿਣ ਲੱਗੇ ਵੀ ਜਦੋਂ ਅਰਦਾਸ ਹੋਊ ਤੂੰ ਆਪਣੇ ਹਿਰਦੇ ਦੀ ਭਾਵਨਾ ਰੱਖੀ, ਜਿਹੜੀ ਵੀ ਭਾਵਨਾ ਰੱਖੇਗਾ ਗੁਰੂ ਨਾਨਕ ਦੇਵ ਕਲਗੀਧਰ ਪਾਤਸ਼ਾਹ ਪੂਰੀ ਕਰਨਗੇ। ਹੁਣ ਸਿੱਖ ਸੰਗਤਾਂ ਨੇ ਪ੍ਰਸ਼ਾਦਾ ਛਕਿਆ, 5 ਸਿੰਘਾਂ ਨੇ ਛਕ ਕੇ ਚੋਲਾ ਛੱਡਿਆ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਭਾਈ ਲਾਲ ਸਿੰਘ ਦੇ ਮਨ ਦੀ ਭਾਵਨਾ ਪੂਰੀ ਕਰਿਓ। ਤੇ ਭਾਵਨਾ ਕੀ ਰੱਖੀ, ਢਾਲ ਵਿੱਚ ਦੀ ਗੋਲੀ ਨਾ ਲੰਘੇ। ਫੁਰਨਾ ਐਸਾ ਆ ਗਿਆ। ਤਾਂ ਹੁਣ ਇਸ ਤਰ੍ਹਾਂ ਜਦੋਂ ਮਨ ਵਿੱਚ ਹੋਇਆ, ਇੱਛਾ ਪ੍ਰਗਟ ਕਰਕੇ ਅਰਦਾਸਾ ਕਿ ਗੁਰੂ ਸਾਹਿਬ ਜੀ ਗੋਲੀ ਜਿਹੜੀ ਆ ਉਹ ਢਾਲੇ ਵਿੱਚੋਂ ਨਾ ਨਿਕਲੇ ਤਾਂ 5 ਰੁਪਏ ਦਾ ਪ੍ਰਸ਼ਾਦ ਮੈਂ ਕਰਾਵਾਂਗਾ। ਚੋਲਾ ਛੱਡਤਾ। ਅਗਲੇ ਦਿਨ ਗੁਰੂ ਸਾਹਿਬ ਜੀ ਨੇ ਭਾਈ ਆਲਮ ਸਿੰਘ ਤੋਂ ਕਈ ਬੰਦੂਕਾਂ ਚਲਵਾਈਆਂ ਵੀ ਮਾਰ ਗੋਲੀ, ਫਿਰ ਬਹੁਤ ਕਰੋਪਨਾ ਆਪ ਵੀ ਚਲਾਈਆਂ, ਕੋਈ ਗੋਲੀ ਢਾਲੇ ਨੂੰ ਛੇਦੇ ਨਾ। ਸਤਿਗੁਰੂ ਪਾਤਸ਼ਾਹ ਚਾਰਜ ਹੋਏ, ਵਿਚਾਰਨ ਲੱਗੇ ਤੇ ਸੰਗਤਾਂ ਨੂੰ ਉਪਦੇਸ਼ ਦੇਣਾ ਨਾ। ਸੰਗਤ ਦਾ ਹੱਥ ਢਾਲੇ ਵੱਲ ਦੇਖ ਕੇ ਹੱਸ ਪਏ। ਮਹਾਰਾਜ ਹੱਸੇ ਤੇ ਲਾਲ ਸਿੰਘ ਨੇ ਢਾਲ ਚੁੱਕ ਲਈ, ਗੁਰੂ ਸਾਹਿਬ ਅੱਗੇ ਮੱਥਾ ਟੇਕਿਆ, ਪ੍ਰਸ਼ਾਦ ਕਰਾਇਆ। ਤੇ ਗੁਰੂ ਸਾਹਿਬ ਨੇ ਬਚਨ ਕੀਤੇ, ਧੰਨ ਸਿੱਖੀ, ਧੰਨ ਗੁਰੂ ਤੇ ਧੰਨ ਗੁਰੂ ਕੀ ਸੰਗਤ। ਮਹਾਰਾਜ ਵੀ ਤੁਸੀਂ ਜਦੋਂ, ਕਿਉਂਕਿ ਜਦੋਂ ਮਹਾਰਾਜ ਨੇ ਨਿਸ਼ਾਨਾ ਬਿੰਨਿਆ ਨਾ, ਭਾਈ ਆਲਮ ਸਿੰਘ ਤੋਂ ਨਿਸ਼ਾਨੇ ਲਵਾਏ, ਉਹ ਲੱਗੇ ਨਾ, ਗੋਲੀ ਵਿੱਚ ਦੀ ਨਾ ਲੱਗੀ। ਜਦੋਂ ਸਤਿਗੁਰਾਂ ਨੇ ਨਿਸ਼ਾਨਾ ਬਿੰਨਿਆ ਤੇ ਮਹਾਰਾਜ ਨੇ ਗੋਲੀ ਚਲਾਏ ਬਿਨਾਂ ਰਾਈਫਲ ਰੱਖਤੀ ਸੀ। ਮਹਾਰਾਜ ਤੁਸੀਂ ਚਲਾਈ ਕਿਉਂ ਨਹੀਂ? ਕੁਛ ਇਤਿਹਾਸਕਾਰਾਂ ਇਹ ਕਿਹਾ ਵੀ ਇੱਧਰ ਨੂੰ ਥੋੜੀ ਜਿਹੀ ਪਾਸੇ ਨੂੰ ਚਲਾਤੀ, ਗੋਲੀ ਲੱਗੀ ਕਿਉਂ ਨਹੀਂ, ਲੰਘੀ ਕਿਉਂ ਨਹੀਂ ਵਿੱਚ ਦੀ? ਸਤਿਗੁਰੂ ਕਹਿਣ ਲੱਗੇ, ਭਾਈ ਖਾਲਸਾ ਜੀ ਜਦੋਂ ਗੋਲੀ ਚਲਾਉਂਦੇ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਮਣੇ ਹੱਥ ਕੜੀ ਖੜੇ ਸੀ, ਇਸ ਕਰਕੇ ਨਹੀਂ ਗੋਲੀ। ਕਿਉਂਕਿ ਅਰਦਾਸ ਹੋਈ, ਅਰਦਾਸ ਵਿੱਚ ਕਿੱਡੀ ਵੱਡੀ ਤਾਕਤ ਹੈ। ਜੇ ਅਸੀਂ ਹਿਰਦੇ ਦੀ ਭਾਵਨਾ ਤੋਂ ਕਰੀਏ ਤੇ ਓਡੀ ਹੋਈ ਭਾਵਨਾ ਨਾਲ ਫਿਰ ਅਰਦਾਸ ਦੇ ਪ੍ਰਥਾਏ ਜੋ ਗੁਰੂ ਕਾ ਹੁਕਮ ਹੈ ਉਹ ਸਾਨੂੰ ਸੁਣਨਾ ਚਾਹੀਦਾ। ਪੂਰੀ ਸਾਵਧਾਨ, ਜਿੰਨੀ ਸਾਵਧਾਨਤਾ ਗੁਰਮੁਖੋ ਅਰਦਾਸ ਵਿੱਚ ਹੋਣੀ ਚਾਹੀਦੀ ਹੈ, ਉਦੋਂ ਕਈ ਗੁਣਾ ਵੱਧ ਜਦੋਂ ਹੁਕਮਨਾਮਾ ਹੋ ਰਿਹਾ ਉਦੋਂ ਹੋਣੀ ਚਾਹੀਦੀ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਧੰਨ ਹੈ ਇਸ ਭੇਦ ਖੁੱਲੇ ਤੋਂ ਸਾਰਿਆਂ ਨੇ ਚਰਜ ਮੰਨਿਆ, ਠੀਕ ਮੰਨਿਆ ਕਿ ਪਰਮੇਸ਼ਰ ਨਾਲੋਂ ਪਰਮੇਸ਼ਰ ਦਾ ਭਗਤ ਸੰਤ ਬਲੀ ਹੁੰਦਾ ਹੈ। ਬਾਣੀ ਵਿੱਚ ਵੀ ਆਉਂਦਾ, ਮੇਰੀ ਬੰਦੀ ਭਗਤ ਛਡਾਵੇ, ਬੰਦ ਹੈ ਭਗਤ ਨਾ ਛੁੱਟੈ ਮੋਹੇ। ਬੰਦੀ ਭਾਵ ਮਰਜ਼ਾਦਾ, ਮੈਂ ਜੋ ਮਰਜ਼ਾਦਾ ਬੰਨ ਦਿਆਂ ਉਹਨੂੰ ਭਗਤ ਬਦਲ ਸਕਦਾ ਹੈ, ਪਰ ਜਿਹੜੀ ਭਗਤ ਨੇ ਮਰਜ਼ਾਦਾ ਬੰਨਤੀ, ਗੁਰੂ ਪਰਮੇਸ਼ਰ ਕਹਿੰਦਾ ਮੈਂ ਨਹੀਂ ਬਦਲਦਾ ਉਸ ਨੂੰ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਵਿਸ਼ਵਾਸ ਹੋਇਆ ਕਿ ਭਗਤਾਂ ਸੰਤਾਂ ਦੀ ਪ੍ਰਤੱਗਿਆ ਨੂੰ ਪਰਮੇਸ਼ਰ ਵੀ ਨਹੀਂ ਤੋੜਦਾ ਹੈ, ਉਹਦੀ ਪ੍ਰਤੱਗਿਆ ਨੂੰ ਭਗਤ ਬਦਲ ਦਿੰਦੇ ਆ, ਤੋੜ ਦਿੰਦੇ ਆ। ਉਸ ਸਮੇਂ ਇੱਧਰ ਬਰਾੜਾਂ ਦਾ ਚੌਧਰੀ ਕਪੂਰਾ, ਉਹਦਾ ਭੇਜਿਆ ਹੋਇਆ 500 ਰੁਪਈਆ ਤੇ ਇੱਕ ਘੋੜਾ ਬਹੁਤ ਚੰਗਾ ਗੁਰੂ ਸਾਹਿਬ ਦੇ ਅੱਗੇ ਅਰਪਣ ਹੋਇਆ। ਗੁਰੂ ਸਾਹਿਬ ਘੋੜੇ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਤੇ ਉਹ ਜਿਹੜਾ ਕਪੂਰੇ ਚੌਧਰੀ ਬਰਾੜ ਨੇ ਘੋੜਾ ਭੇਜਿਆ ਸੀ, ਉਸ ਘੋੜੇ ਦਾ ਨਾਮ ਫਿਰ ਕਲਗੀਧਰ ਪਾਤਸ਼ਾਹ ਨੇ ਦਲ ਸ਼ਿੰਗਾਰ ਰੱਖਿਆ, ਕਿਉਂਕਿ ਉਹ ਸੋਹਣਾ ਸੁੰਦਰ ਕੱਦ ਕਾਠੀ ਸਭ ਪੱਖ ਤੋਂ ਚੰਗਾ ਸੀ। ਉਹਨੂੰ ਘੋੜਿਆਂ ਦੇ ਦਲ ਦਾ ਸ਼ਿੰਗਾਰ ਕਿਹਾ ਤੇ ਉਸੇ ਤੇ ਫਿਰ ਮਹਾਰਾਜ ਸਵਾਰ ਹੁੰਦੇ ਰਹੇ। ਜਦੋਂ ਜਾ ਕੇ ਦੱਸਿਆ ਕਪੂਰੇ ਨੂੰ, ਮਹਾਰਾਜ ਨੇ ਤੇਰੇ ਘੋੜੇ ਦੇ ਭੇਜੇ, ਬਹੁਤ ਖੁਸ਼ੀ ਮਨਾਈ, ਭੇਟਾ ਤੇ ਪ੍ਰਸੰਨ ਹੋ ਕੇ ਉਹਦਾ ਨਾਲ ਦਲ ਸ਼ਿੰਗਾਰ ਰੱਖਿਆ। ਸੁਣ ਕੇ ਕਪੂਰਾ ਚੌਧਰੀ ਬਹੁਤ ਖੁਸ਼ ਹੋਇਆ। ਇੱਕ ਦਿਨ ਇਉਂ ਹੀ ਸਤਿਗੁਰੂ ਜੀ ਸ਼ਿਕਾਰ ਵਿੱਚੋਂ ਅਨੇਕ ਜਾਨਵਰਾਂ ਨੂੰ ਮਾਰ ਕੇ ਆਉਂਦੇ ਹੋਏ ਇੱਕ ਤਲਾਅ ਦੇ ਕਿਨਾਰੇ ਛਾਇਆਂ 'ਚ ਬਹਿ ਗਏ ਤੇ ਇੱਕ ਪੰਛੀ ਨੂੰ ਬਾਜ ਤੋਂ ਫੜਾ ਕਰ ਜਿਉਂਦੇ ਦਾ ਮਾਸ ਬਾਜ ਨੂੰ ਖਵਾ ਰਹੇ ਤੇ ਪੰਛੀ ਤੜਫ ਰਿਹਾ ਸੀ। ਉਸ ਸਮੇਂ ਦੱਖਣ ਦੇਸ਼ ਦੀ ਸੰਗਤ ਦਰਸ਼ਨ ਕਰਨ ਆਈ ਤੇ ਉਸੇ ਥਾਂ ਪਹੁੰਚ ਗਈ ਜਿਨ੍ਹਾਂ ਦੇ ਵਿੱਚ ਇੱਕ ਗੋਪਾਲ ਸੇਠ ਜਿਹੜਾ ਸੀ, ਉਹ ਵੀ ਇੱਕ ਭਾਈ ਬਸੰਬਰ, ਇਹ ਆਗਰੇ ਵੱਲੀ ਦਾ ਸੀ, ਬਸੰਬਰ ਦਾਸ ਸੇਠ, ਬਹੁਤ ਸ਼ਰਧਾ ਵਾਲਾ ਗੁਰੂ ਘਰ ਦਾ, ਉਹਦਾ ਇਹ ਪੁੱਤ ਸੀ। ਉਹਨੇ ਕਿਹਾ, ਪੁੱਤਰ ਹੁਣ ਤੂੰ ਗੁਰੂ ਸਾਹਿਬ ਕੋਲੇ ਜਾ, ਅੰਮ੍ਰਿਤ ਛਕ, ਨਾਮ ਦੀ ਦਾਤ ਪ੍ਰਾਪਤ ਕਰ, ਗੁਰੂ ਤੋਂ ਗੁਰੂ ਵਾਲਾ ਬਣ। ਤੇ ਗੋਪਾਲ ਦਾਸ ਨਾਮੀ ਇਹ ਸੇਠ ਗੁਰੂ ਕਾ ਸੇਵਕ ਮੁਖੀਆ, ਵੈਸ਼ਨੋ ਧਰਮ ਦੇ ਵਿੱਚ ਪਹਿਲਾਂ ਇਹ ਪਰਿਵਾਰ ਮੰਨਦਾ ਹੋਣ ਕਰਕੇ ਜਦੋਂ ਇਹਨੇ ਦੇਖਿਆ ਤੇ ਬੜਾ ਰੰਜ ਵੀ ਹੋਇਆ ਤੇ ਅਸ਼ਰਦਕ ਹੋ ਗਿਆ ਵੀ ਪਿਓ ਨੇ ਭੇਜਿਆ ਹੈ ਗੁਰੂ, ਤੇ ਗੁਰੂ ਇਹੋ ਜਾਂਦਾ ਜਿਉਂਦੇ ਪੰਛੀ ਦਾ ਮਾਸ ਬਾਜ ਨੂੰ ਖਵਾਈ ਜਾਂਦਾ, ਉਹ ਤੜਫੀ ਜਾਂਦਾ ਵਿਚਾਰਾ। ਉਹਦਾ ਫਿਰ ਭਰਮ ਦੂਰ ਕਰਨ ਵਾਸਤੇ ਇੱਕ ਸਿੱਖ ਪ੍ਰਸ਼ਨ ਕਰਨਪੁਰ, ਮਹਾਰਾਜ ਨੇ ਕਿਸੇ ਸਿੱਖ ਦੇ ਹਿਰਦੇ 'ਚ ਪ੍ਰਸ਼ਨ ਪੈਦਾ ਕਰਤਾ, ਮਹਾਰਾਜ ਜੀ ਕੀ ਹੈ? ਗੁਰੂ ਸਾਹਿਬ ਕਹਿਣ ਲੱਗੇ, ਉੱਤਰ ਦਿੱਤਾ ਵੀ ਭਾਈ ਇਹ ਪੰਛੀ ਪਿਛਲੇ ਜਨਮ ਚੋਰ ਤੇ ਇਹ ਬਾਜ ਰਾਜਾ ਸੀ, ਇਹਨੇ ਚੋਰੀ ਕੀਤੀ, ਰਾਜੇ ਨੇ ਫੜ ਲਿਆ ਤੇ ਇਹ ਜਿਹੜਾ ਚੋਰ ਸੀ ਨਾ, ਇਹ ਗੁਰੂ ਘਰ ਦੀ ਜਾਮਨੀ ਦੇ ਕੇ ਛੁੱਟ ਗਿਆ। ਰਾਜੇ ਨੇ ਵਿਸ਼ਵਾਸ ਕਰਤਾ, ਹੁਣ ਉਹ ਬਚਨ ਤੇ ਸਹੁੰ ਨਾ ਪਾਲਣ ਦਾ ਫਲ ਭੁਗਾਵਣ ਲਈ ਇਸ ਜਿਉਂਦੇ ਦਾ ਮਾਸ ਖਵਾ ਕੇ ਅਸੀਂ ਆਪਣੀ ਜਾਮਨੀ ਪੂਰੀ ਕਰਦੇ ਹਾਂ, ਸਗੋਂ ਸਾਰਾ ਹਿਸਾਬ ਮੁਕਾ ਕੇ ਇਹਦਾ ਜਨਮ ਮਰਨ ਮੇਟ ਰਹੇ ਆ, ਤਾਂ ਤੇ ਜੋ ਕੋਈ ਗੁਰੂ ਦੀ ਜਾਮਨੀ ਤੇ ਸਹੁੰ ਝੂਠੀ ਦੇਵੇਗਾ ਉਹਨੂੰ ਇਸ ਪੰਛੀ ਵਾਂਗੂ ਦੁੱਖ ਮਿਲੇਗਾ, ਮਹਾਰਾਜ ਕਹਿੰਦੇ। ਇਹ ਪ੍ਰਸੰਗ ਸੁਣ ਕੇ ਫਿਰ ਗੋਪਾਲ ਸ਼ਾਹ ਨੇ ਗੁਰੂ ਸਾਹਿਬ ਨੂੰ ਸਾਖਿਆਤ ਈਸ਼ਵਰ ਸਮਝਿਆ, ਚਰਨ ਫੜ ਲਏ। ਗੁਰੂ ਮਹਾਰਾਜ ਨੇ ਵੀ ਆਪਣੀ ਸ਼ਕਤੀ ਨਾਲ ਉਹਦੇ ਪਿਛਲੇ ਜਨਮਾਂ ਦੀ ਝਲਕ ਪਲਕ ਵਿੱਚ ਹੀ ਦਿਖਾਤੀ, ਜਿਸ ਕਰਕੇ ਫਿਰ ਉਹ ਭਾਵੇਂ ਮਨੋਂ ਤੋਂ ਪੱਕਾ ਸੇਵਕ ਗੁਰੂ ਦਾ ਬਣ ਗਿਆ, ਪਰ ਫਿਰ ਮਹਾਂਪ੍ਰਸਾਦ ਕਰਕੇ ਸ਼ਿਕਾਰ ਖੇਡ ਕੇ ਗੁਰੂ ਸਾਹਿਬ ਨੂੰ ਵੇਖ ਕੇ ਉਹਦਾ ਮਨ ਫਿਰ ਉਬਲ ਚੁਬਲ ਜਿਹਾ ਹੋ ਗਿਆ। ਅਖੀਰ 600 ਰੁਪਈਆ ਜਿਹੜਾ ਗੁਰੂ ਕੀ ਕਾਰ ਭੇਟਾ ਵਾਸਤੇ ਲਿਆਇਆ ਉਹਨੇ ਦੇਤਾ, ਦੇ ਕੇ ਵਿਦਾ ਚਾਹੀ। ਗੁਰੂ ਸਾਹਿਬ ਨੇ ਕੜਾਹ ਪ੍ਰਸ਼ਾਦ, ਇੱਕ ਕੜਾ ਸਰਬਲੋਹ ਦਾ ਤੇ ਸਿੱਖੀ ਭਾਵ ਰੱਖਣ ਦਾ ਬਚਨ ਦੇ ਕੇ ਉਹਨੂੰ ਤੋਰਤਾ, ਪਰ ਉਹ ਮਨ ਦੇ ਵਿੱਚ ਇਹੋ ਹੀ ਗਿਣਤੀ ਗਿਣਦਾ ਆਵੇ ਕਿ 600 ਰੁਪਈਆ ਐਵੇਂ ਹੀ ਖੋਹ ਲਿਆ, ਗੁਰੂ ਨੇ ਮੈਨੂੰ ਕੀ ਦਿੱਤਾ? ਇੱਕ ਕੜਾ। ਰਾਹ ਦੇ ਵਿੱਚ ਮਾਜਰੀ ਪਿੰਡ ਆ ਗਿਆ, ਉੱਥੇ ਇੱਕ ਧਿਆਨ ਸਿੰਘ ਖੇਤੀਬਾੜੀ ਕਰਨ ਵਾਲਾ ਜੱਟ ਜ਼ਿਮੀਂਦਾਰ ਰਹਿੰਦਾ ਸੀ। ਗੁਰੂ ਸਾਹਿਬ ਤੇ ਉਹਦੀ ਸ਼ਰਧਾ ਬਹੁਤ ਸੀ ਤੇ ਧਿਆਨ ਸਿੰਘ ਮਾਜਰੀ ਵਾਲੇ ਨੂੰ ਇਹ ਮਿਲਿਆ, ਚਾਣ ਚੱਕ ਜਾਂਦਾ ਖੇਤਾਂ, ਕਿਤੇ ਪੁੱਛਿਆ ਵੀ ਖੜ ਜਾਂਦੇ, ਹਾਂ ਵੀ ਕਿੱਧਰੋਂ ਆਇਆ? ਨਾ ਮੈਂ ਆਨੰਦਪੁਰ ਤੋਂ। ਤਾਂ ਧੰਨ ਹੋ ਗਿਆ, ਵਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਆ।
ਉਹ ਸਿੱਖ ਜਾਣ ਕੇ ਗੋਪਾਲ ਸੇ ਦੀ ਇਹਦੀ ਬਹੁਤ ਸੇਵਾ ਕੀਤੀ, ਸੁੱਖ ਸਾਂਦ ਪੁੱਛੀ। ਗੋਪਾਲ ਦਾਸ ਨੂੰ ਕਿਹਾ ਕਿਵੇਂ ਮਹਾਰਾਜ ਕੋਲੋਂ ਆਇਆ, ਕੀ ਬਚਨ ਕੀਤੇ, ਕੀ ਬਖਸ਼ਿਆ ਮਹਾਰਾਜ ਨੇ ਕਿਰਪਾ। ਉਹ ਕਹਿੰਦਾ ਬਖਸ਼ਣਾ ਬੁਖਸ਼ਣਾ ਕੀ ਆ, 600 ਰੁਪਈਆ ਖੋਹ ਖਾਤੇ ਗਿਆ, ਹੋਰ ਤਾਂ ਕੁਛ ਨਹੀਂ ਦਿੱਤਾ ਗੁਰੂ ਨੇ। ਕਹਿਤਾ ਸਿੱਖੀ ਧਰਮ ਨਿਭੇ, ਇਹ ਬਚਨ ਕੀਤਾ, ਇੱਕ ਕੜਾ ਦੇਤਾ। ਉਹ ਭਾਈ ਧਿਆਨ ਸਿੰਘ ਦੇ ਮਨ ਚ ਆਇਆ, ਇਹਨੂੰ ਸ਼ਰਧਾ ਨਹੀਂ, ਇਹਨੂੰ ਮਾਇਆ ਪਿਆਰੀ ਹੈ ਸਮਝ ਕੇ ਉਹਨੇ ਆਪਣੀ ਘਰ ਵਾਲੀ ਨਾਲ ਸਲਾਹ ਕੀਤੀ ਵੀ ਜੇ ਸਾਡੇ ਕੋਲੇ ਰੁਪਈਏ ਹੋਣ, ਇਹੋ ਜਿਹਾ ਬਚਨ ਇਹ ਬਖਸ਼ਿਸ਼ ਤਾਂ ਆਪਾਂ ਨੂੰ ਮਿਲ ਜੇ ਗੁਰੂ ਦੀ, ਇਹਨੂੰ ਦੇ ਕੇ ਸਿੱਖੀ ਧਰਮ ਨਿਭਣ ਵਾਲਾ ਗੁਰੂ ਦਾ ਬਚਨ ਜਿਹੜਾ ਹੈ ਕਿ ਚੁਲਾ ਛਡਾ ਲਈਏ ਵੀ ਮਹਾਰਾਜ ਆ ਬਚਨ ਇਹਨੂੰ ਹੋਇਆ। ਉਹ ਸਤਵੰਤੀ ਸੀ, ਉਹ ਕਹਿਣ ਲੱਗੀ ਇਦੂ ਚੰਗਾ ਹੋਰ ਕੀ ਕੰਮ ਹੈ। ਸਾਰੇ ਗਹਿਣੇ ਲਾ ਕੇ ਦੇਤੇ। ਧਿਆਨ ਸਿੰਘ ਨੇ ਵੇਚ ਬੂਚ ਕੇ 600 ਰੁਪਈਆ ਗੋਪਾਲ ਸੇਠ ਨੂੰ ਦੇ ਕੇ ਬਚਨ ਕਰਾ ਲਿਆ, ਚੁਲਾ ਛਡਾ ਲੈਣਾ। ਅਰਦਾਸ ਕਰਤੀ ਨੇ ਸੱਚੇ ਪਾਤਸ਼ਾਹ ਜਿਹੜੀ ਤੁਹਾਡੀ ਬਖਸ਼ਿਸ਼ ਆ ਉਹ ਧਿਆਨ ਸਿੰਘ ਨੂੰ ਹੋਵੇ, ਮੈਨੂੰ ਤਾਂ ਆਪਦੀ ਮਾਇਆ ਮਿਲ ਗਈ। ਤੇ ਇਹਦਾ ਖੁਸ਼ ਹੋ ਗਿਆ ਵੀ ਸ਼ੁਕਰ ਆ, ਐਵੇਂ ਪਿਓ ਨੇ ਪੈਸੇ ਦੇਤੇ ਉੱਥੇ ਖੇ ਖਰਾਬ ਵੀ ਕਰੇ। ਜੇ ਹੁਣ ਵੀ ਸਿੱਖਾਂ ਦੇ ਮਨ 'ਚ ਬਹੁਤਿਆਂ ਦੇ ਨਾ ਅੱਜ ਕੱਲ੍ਹ ਨਹੀਂ ਹੁੰਦਾ ਬਈ ਪਤਾ ਨਹੀਂ ਗੁਰਦੁਆਰੇ ਪੈਸੇ ਦਿੱਤੇ ਹੋਈ ਜਾਂਦੇ ਆ ਸਾਡੇ ਵਿੱਚ। ਕਈ ਰਿਆਂ ਬਹੁਤ, ਇੱਕ ਮੇਰੇ ਕੋਲ ਆਇਆ, ਉਹਨੇ ਮੇਰੇ ਆਪਣੇ ਨਗਰ ਕੋਈ ਬਾਹਰ ਆ, ਉਹ ਕਹਿੰਦਾ ਫਲਾਣਾ ਕਹਿੰਦਾ ਬਈ ਗਰੀਬਾਂ ਦੇ ਜਾਂ ਹੋਰ ਇਹ ਕਰਨਾ ਚਾਹੀਦਾ ਹੈ ਪੈਸੇ ਨਾਲ। ਮੈਂ ਕਿਹਾ ਭਾਈ ਵੀ ਉਹਨੂੰ ਕਹਿ ਲਿਆ ਦੇ ਜੇ ਤੂੰ ਚਾਹੇ 10 ਲੱਖ ਲਵਾ ਲਾ ਗਰੀਬਾਂ ਤੇ ਦੇ, ਕਿੰਨਾ ਦਿੰਦਾ। ਹੁਣ ਦੂਜਿਆਂ ਦੇ ਪੈਸੇ ਤੇ ਰਿਆਂ ਨਾ ਦਿਓ ਤੁਸੀਂ। ਇੱਕ ਭਾਵਨਾ ਹੈ ਕਿਸੇ ਦੀ, ਆਪਾਂ ਗੁਰੂ ਘਰ ਮਾਇਆ ਆ ਗਈ ਵੀ ਮੇਰੀ ਭਾਵਨਾ ਹੈ ਮੇਰੇ ਸਤਿਗੁਰ ਦੇ ਸਥਾਨ ਤੇ ਲੱਗੇ ਤੇ ਮਨ ਚ ਖਿਆਲ ਤੇ ਹੁਣ ਕਿਹਨੂੰ ਅਧਿਕਾਰ ਹੈ ਇਹ ਕੰਮ ਕਰਨ ਦਾ। ਤੂੰ ਦੇ ਦੇ ਵੀ ਹਾਂ ਭਾਈ, ਜੇ ਤਾਂ ਅਸੀਂ ਇਸ ਗੱਲ ਨੂੰ ਮਾੜਾ ਕਹੀਏ, ਇਸ ਗੱਲ ਨੂੰ ਨਿੰਦੀਏ ਵੀ ਇਹ ਗਲਤ ਕਰਦੇ, ਫਿਰ ਤੂੰ ਕਹਿ ਸਕਦਾ ਹੈ। ਜਿਹੜੀ ਤੇਰੀ ਭਾਵਨਾ ਹੈ ਤਾਂ ਤੂੰ ਕਰ, ਦੇਣੀ ਦਵਾਨੀ ਨਹੀਂ, ਰਹਿਆਂ ਦੇਣੀਆਂ ਫੋਕੀਆਂ ਜਿਹਦੇ ਵਿੱਚ। ਤੇ ਮੇਰੇ ਭਾਈ ਫੋਕੀ ਰਹਿ ਹੁਣ ਕੌਣ ਮੰਨੇ ਦੱਸੋ, ਇਹ ਕਰੋ ਵਧੀਆ ਗੱਲ ਹੈ। ਚੱਕੋ ਗਰੀਬੀ, ਸਾਰੇ ਨਗਰ ਖੁਸ਼ਹਾਲ ਹੋਵੇ, ਵਧੀਆ ਗੱਲ ਹੈ। ਕਰਨਾ ਕਰਾਉਣਾ ਕੁਛ ਨਹੀਂ ਹੈ। ਕਹਿੰਦੇ ਰਿਆਂ ਲੈ ਲਓ ਸਾਤੋਂ ਫਰੀ ਦੀਆਂ, ਉਹ ਭਾਈ ਆਪਣੇ ਕੋਲੇ ਰੱਖੋ, ਫਿਰ ਫਰੀ ਰਹੇ ਹੁਣ ਕੀ ਕਰੂ ਕੋਈ। ਗੁਰੂ ਮਹਾਰਾਜ ਦਾ ਦਰ ਘਰ ਹੈ। ਹਾਂ ਇੱਥੇ ਤਾਂ ਭਾਈ ਮਹਾਰਾਜ ਸਮਰੱਥਾ ਬਖਸ਼ੇ, ਸਿੱਖ ਸੋਨਾ ਵੀ ਲਾਊ। ਜੇ ਇਦੋਂ ਵੀ ਸਮਰੱਥਾ, ਜੋ ਸਮਰੱਥਾ ਆਈ ਸਿੱਖਾਂ ਕੋਲੇ, ਰਾਜ ਆਇਆ ਤਾਂ ਦਰਬਾਰ ਸਾਹਿਬ ਸੋਨਾ ਲੱਗਿਆ। ਸਮਰੱਥਾ ਆਈ ਤਾਂ ਇਹ ਹੀਰੇ ਮੋਤੀ ਵੀ ਲਾਉ। ਗੱਲ ਤਾਂ ਸਮਰੱਥਾ ਦੀ ਹੈ ਨਾ। ਜੇ ਸਿੱਖਾਂ ਕੋਲੇ ਸਮਰੱਥਾ ਆਈ, ਇਹਨਾਂ ਨੇ ਤਾਂ ਘੋੜਿਆਂ ਦੀਆਂ ਕਾਠੀਆਂ ਵੀ ਸੋਨਾ ਲਾਤਾ ਸੀ। ਸਮਰੱਥਾ ਮਹਾਰਾਜ ਕਿਰਪਾ ਕਰੇ, ਜੇ ਕਹਿੰਦਾ ਸਾਰੇ ਸਿੱਖਾਂ ਨੂੰ ਐਡੀ ਸਮਰੱਥਾ ਬਖਸ਼ੇ ਕਿ ਗੁਰੂ ਘਰ ਹੀਰੇ ਮੋਤੀ ਲੱਗ ਜਾਣ। ਚਾਹੇ ਕਿਰਪਾ ਕਰੇ ਕਿ ਜਿਹਨੂੰ ਹੁਣ ਮਹਾਰਾਜ ਸਮਰੱਥਾ ਬਖਸ਼ਦਾ ਹੈ, ਭਾਵਨਾ ਬਖਸ਼ਦਾ, ਉਹ ਗੁਰੂ ਘਰ ਸੇਵਾ ਕਰਦਾ। ਤੇ ਹੁਣ ਇੱਕ ਦੇ ਅੰਦਰ ਭਾਵਨਾ ਨਹੀਂ, ਉਹ ਫੂਕੀਆਂ ਰਹਿਆਂ ਦਿੰਦਾ। ਭਾਈ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਤੂੰ ਸਮਰੱਥਾ ਹੀ ਐਡੀ ਬਖਸ਼ ਦੇ, ਅਸੀਂ ਹੋਰ ਵੀ ਸਾਰੇ ਕਾਰਜ ਕਰਦੇ ਰਹੀਏ, ਤੇਰੇ ਦਰ ਦੀ ਵੀ ਸੇਵਾ ਕਰਦੇ ਰਹੀਏ, ਹੋਰ ਵੀ ਭਲੇ ਦੇ ਕੰਮ ਹੋ ਜਾਣ, ਕਿਸੇ ਗਰੀਬ ਦਾ ਭਲਾ, ਕਿਸੇ ਲੋੜਵੰਦ ਦਾ। ਸਮਰੱਥਾ ਬਖਸ਼, ਅਰਦਾਸ ਕਰੋ, ਨਾ ਕਿ ਗੁਰੂ ਘਰ ਆਏ ਹੋਏ ਮਾਇਆ ਤੇ ਸਿਰਫ ਕਿੰਤੂ ਕਰੋ। ਇਹਦੇ ਨਾਲ ਕੀ ਹੋ ਜਾਊਗਾ? ਇਹ ਤਾਂ ਸਤਿਗੁਰੂ ਦਾ ਦਸਵੰਧ ਹੈ। ਗੁਰੂ ਸਾਹਿਬ ਜੀ ਦੇ ਹਿਰਦੇ ਵਿੱਚ ਸਭ ਦੇ ਵਸਦੇ ਹੈ, ਆਪੇ ਪ੍ਰੇਰ ਲੈਂਦੇ ਆ। ਭਾਈ ਮਾਲਕ ਕਿਰਪਾ ਕਰਦਾ। ਗੁਰੂ ਸਾਹਿਬ ਆਪ ਅੰਦਰ ਬੈਠਾ ਤਾਂ ਸਾਰਿਆਂ ਦੇ ਆ, ਲੇਕਿਨ ਜੀ ਤੋਂ ਜਿੰਨਾ ਕੁਛ ਉਹਨੇ ਕਰਾਉਣਾ ਉਨੀ ਕੁ ਉਹਨੂੰ ਪ੍ਰੇਰਨਾ ਦੇ ਦਿੰਦਾ ਹੈ। ਤੇ ਮਹਾਰਾਜ ਅੱਗੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ, ਜੇ ਤੂੰ ਦਿੰਦਾ ਹੀ ਨਾ ਫਿਰ ਅਸੀਂ ਕੀ ਕਰਦੇ? ਤੂੰ ਕਿਰਪਾ ਕਰ ਮਹਾਰਾਜ, ਮਿਹਰਾਂ ਕਰ। ਇਹ ਧਨ ਹੈ ਕੀ ਚੀਜ਼ ਹੈ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭ ਤੇਰੀਆਂ ਬਖਸ਼ਿਸ਼ਾਂ ਨੇ। ਅਰਦਾਸ ਕਰੀਏ, ਧਨ ਦਾ ਮਾਣ ਕੋਈ ਨਹੀਂ, ਇਹ ਤਾਂ ਮਹਾਰਾਜ ਦੀ ਬਖਸ਼ਿਸ਼ ਹੈ। ਜਿਹਦੇ ਅੰਦਰ ਗੁਰਮੁਖ ਹੋਏ ਭਾਵਨਾ ਨਾ, ਉਹ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੱਲ ਕੋਈ ਵੀ ਇਸ ਤਰ੍ਹਾਂ ਦੀ ਤਰਕ ਭਾਵਨਾ ਨਹੀਂ ਲਿਆਉਂਦਾ ਹੈ। ਉਹ ਤਾਂ ਧੰਨਵਾਦ ਕਰਦਾ ਵੀ ਮਹਾਰਾਜ ਤੇਰਾ ਸ਼ੁਕਰ ਹੈ, ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਤੂੰ ਸਾਨੂੰ ਕਰ ਦਿੱਤਾ ਹੈ। ਹੁਣ ਇਹ ਜਿਹੜਾ ਸੀਗਾ ਗੋਪਾਲ ਚੰਦ ਦੇ ਮਨ ਚ ਐਵੇਂ ਬਾਪ ਨੇ ਫੜਾਤੇ ਸੀ ਪੈਸੇ। ਸ਼ੁਕਰ ਹੈ ਜਿਹੜੇ ਆ ਇੱਕ ਮੂਰਖ ਸਿੱਖ ਸੀ ਇਹ ਤੋਂ ਮਿਲ ਗਏ। ਹੁਣ ਦੇਖੋ ਸੱਚੀ ਦੌਲਤ ਦੇਤੀ ਤੇ ਝੂਠੀ ਮਾਇਆ ਛਲ ਰੂਪ ਲੈ ਲਿਆ।
ਚੰਗਾ ਹੋਇਆ ਕਹਿੰਦਾ ਮਨ ਵਿੱਚ ਇਹ ਹੈ ਕਿ ਹੁਣ ਤਾਂ ਇਉਂ ਹੋਊਗਾ, ਖੁਸ਼ ਹੋਇਆ ਵੀ ਆਹ ਜਿਹੜਾ ਸਿੱਖ ਚੰਗਾ ਮੈਨੂੰ ਮੂਰਖ ਲੱਭਿਆ, ਹੁਣ 600 ਦਾ ਵਪਾਰ ਕਰਕੇ 1200 ਬਣਾ ਕੇ ਲੈ ਕੇ ਜਾਊਂ, ਫਿਰ ਮੇਰਾ ਪਿਓ ਵੀ ਖੁਸ਼ ਹੋਊ ਵੇਖ ਕੇ। ਚੰਗਾ ਹੋਇਆ ਮਾਸਾਹਾਰੀ ਗੁਰੂ ਜਿਹੜਾ ਮੇਰੇ ਪਿਤਾ ਨੇ ਧਾਰਨ ਕੀਤਾ ਮੇਰੇ ਤੋਂ ਛੁੱਟ ਗਿਆ। ਇਹੋ ਜਿਹੀਆਂ ਗਿਣਤੀਆਂ ਗਿਣਦਾ ਜਦੋਂ ਆਪਣੇ ਮਗਰ ਪਿਤਾ ਕੋਲ ਪਹੁੰਚਿਆ, ਹਾਲ ਸੁਣਾਇਆ, ਉਹਨੇ ਬਹੁਤ ਗੁੱਸਾ ਮੰਨਿਆ ਕਿ ਤੂੰ ਮੇਰੇ ਘਰ ਨਿੱਜ ਜੰਮਿਆ, ਜੇ ਸੱਚੀ ਦੌਲਤ ਦਿੱਤੀ ਤੇ ਆ ਝੂਠੀ ਮਾਇਆ ਛਲ ਲਿਆਇਆ। ਉਹ ਭਲਿਆ 600, ਜੇ ਮੈਨੂੰ ਆਪਣੀ ਜ਼ਿੰਦਗੀ ਦਾ ਪਤਾ ਹੈ ਮੇਰੇ ਕੋਲੇ ਕੀ ਸੀ, ਮੈਂ ਗੁਰੂ ਸਾਹਿਬ ਦੀ ਕਿਰਪਾ ਹੋਈ ਅੱਜ ਕਿੱਡਾ ਕਾਰੋਬਾਰ ਹੈ, ਤੇ ਤਾਂ ਮੈਂ 600 ਦਸਵੰਧ ਦੇਣ ਜੋਗਾ ਹੋਇਆ। ਜੇ ਗੁਰੂ ਨੇ ਸਮਰੱਥਾ ਇਹਨਾਂ ਦਿੱਤੀ ਆ ਪੈਸੇ ਦਸਵੰਧ ਦਿੰਦਾ ਕਿੱਥੋਂ ਮੈਂ? ਤੂੰ ਸ਼ੁਕਰ ਨਹੀਂ ਕੀਤਾ ਕਿ ਦਸਵੰਧ ਦੇਣ ਜੋਗੇ ਗੁਰੂ ਨੇ ਸਾਨੂੰ ਕਰ ਲਿਆ। ਪ੍ਰਸ਼ਾਦ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਉਹ ਥੋੜਾ ਥੋੜਾ ਫਿਰ ਕੋਈ ਸੰਬੰਧੀਆਂ ਨੇ ਖੁਸ਼ੀ ਨਾਲ ਲੈ ਕੇ ਮੁੱਖ ਪਾਇਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਿਉਂ ਕੋਲ ਉਸ ਸਮੇਂ ਜਿਹੋ ਜਿਹਦੀ ਵਾਸ਼ਨਾ ਸਭ ਪੂਰੀ ਹੋ ਗਈ, ਸਾਰੇ ਕੁਟੰਬ ਦੀ ਲਾਂਤ ਫਿਟਕਾਰ ਗੋਪਾਲ ਨੂੰ ਪੈਣ ਲੱਗੀ। ਤਾਂ ਫਿਰ ਆਪਣੇ ਪਿਤਾ ਵਿਸ਼ੰਬਰ ਦਾਸ ਦੇ ਚਰਨ ਫੜ ਲਏ, ਬੇਨਤੀ ਕੀਤੀ ਕਿ ਮੈਨੂੰ ਗੁਰੂ ਸਾਹਿਬ ਦੇ ਕੋਲੇ ਫੇਰ ਲੈ ਕੇ ਚੱਲ ਬਖਸ਼ਾ। ਉਸ ਨੂੰ ਜੋ ਰਾਤ ਦਿਨ ਚੈਨ ਨਾ ਪਵੇ, ਸਾਰੇ ਕੁਟੰਬ ਸਮੇਤ ਵਿਸ਼ੰਬਰ ਦਾਸ ਫੇਰ ਸਤਿਗੁਰਾਂ ਵੱਲ ਨੂੰ ਚੱਲਿਆ। ਪਹਿਲਾਂ ਆ ਕੇ ਮਾਜਰੀ ਵਾਲੇ ਧਿਆਨ ਸਿੰਘ ਦੇ ਪੈਰੀਂ ਹੱਥ ਲਾਏ, ਆਖਿਆ ਤੂੰ 2 ਰੁਪਈਆ ਲੈ ਲੈ, ਆਪਣਾ ਸਿੱਖੀ ਧਰਮ ਨਿਭਣ ਵਾਲਾ ਬਚਨ ਸਤਿਗੁਰਾਂ ਨੇ ਗੋਪਾਲ ਨੂੰ ਦਿੱਤਾ ਸੀ, ਉਹ ਸਾਨੂੰ ਵਾਪਸ ਕਰ ਦੇ। ਸਿੰਘ ਕਹਿਣ ਲੱਗਿਆ ਤੇਰਾ ਪੁੱਤਰ ਆਪੇ ਦੇ ਗਿਆ, ਹੁਣ ਮੈਂ ਐਸਾ ਮੂਲਕ ਪਦਾਰਥ ਕਿਉਂ ਮੋੜਾਂ? ਮੈਨੂੰ ਵੀ ਇਹੋ ਵਸਤੂ ਸਾਰੀ ਉਮਰ ਵਿੱਚ ਲੱਭੀ ਹੈ, ਸਤਿਗੁਰਾਂ ਕੋਲ ਚੱਲੀਏ, ਦੋਵੇਂ ਚੀਜ਼ਾਂ ਪਾਉਣਾ ਅੱਗੇ ਰੱਖ ਦਿਆਂਗੇ, ਜਿਹਨੂੰ ਜੋ ਦੇਣਗੇ ਉਹ ਮੰਨ ਲਵਾਂਗੇ। ਇਹ ਗੁਰਮਤਾ ਕਰਕੇ ਫਿਰ ਆਨੰਦਪੁਰ ਸਾਹਿਬ ਗੁਰੂ ਸਾਹਿਬ ਕੋਲ ਆਏ, ਜਥਾ ਜੋਗ ਨਜ਼ਰਾਨੇ ਭੇਟਾ ਦੇ ਕੇ ਸੀਸ ਨਵਾਇਆ, ਦਰਸ਼ਨ ਪਾਏ, ਨਿਹਾਲ ਹੋਏ। ਤੀਜੇ ਦਿਨ ਸਤਿਗੁਰਾਂ ਨੇ ਸਾਰਾ ਪ੍ਰਸੰਗ ਵਿਸੰਬਰ ਉਹ ਸੁਣਾ ਕੇ ਗੁਰੂ ਸਾਹਿਬ ਕੋਲੇ ਬੇਨਤੀ ਕੀਤੀ, ਮਹਾਰਾਜ ਮੇਰਾ ਪੁੱਤ ਗੋਪਾਲ ਪਾਰਸ ਬਦਲੇ ਬੇਸਮਝੀ ਨਾ ਕੱਚ ਵਟਾ ਬੈਠਾ, ਆਪਦੇ ਘਰ ਕੋਈ ਪਰਵਾਹ ਨਹੀਂ, ਮੇਰੀ ਇੱਛਾ ਪੂਰੀ ਕਰੋ। ਸਿੱਖੀ ਧਰਮ ਨਿਭਣ ਦਾ ਬਚਨ ਸਿਦਕ ਨਾ ਫੇਰ ਲੈਣ ਵਾਸਤੇ ਆਇਆ। ਸਤਿਗੁਰਾਂ ਨੇ ਫਿਰ ਇਹਦੀ ਅਤਿਅੰਤ ਸ਼ਰਧਾ ਵੇਖ ਕੇ ਬਚਨ ਕੀਤਾ ਸੀ, ਤੇਰੇ ਉੱਤੇ ਬਹੁਤ ਖੁਸ਼ ਹਾਂ, ਤੂੰ ਉਹ ਪਦਾਰਥ ਵੀ ਲੈ ਤੇ ਹੋਰ ਵੀ ਚਾਹੀਏ ਮੰਗ। ਗੁਰੂ ਸਾਹਿਬ ਦੀ ਪ੍ਰਸੰਨਤਾ ਵੇਖ ਕੇ ਵਿਸ਼ੰਬਰ ਦਾਸ ਨੇ ਬੇਨਤੀ ਕੀਤੀ, ਮਹਾਰਾਜ ਉਹ ਸੱਚੇ ਅਮੋਲਕ ਪਦਾਰਥ ਨੇ, ਨਾਲ ਕੱਚੇ ਵਿਹਾਰ ਦਾ ਸਾਧਕ ਧਨ ਵੀ ਬਖਸ਼ੋ। ਜਿਸ ਧਨ ਹੋਊਗਾ ਜਿਸ ਕਰਕੇ ਮਹਾਰਾਜ ਸਾਧ ਸੰਗਤ ਵਿਹੰਗਮ ਸਿੱਖ ਦੀ ਟਹਿਲ ਸੇਵਾ ਵੀ ਹੁੰਦੀ ਰਹੂ, ਮਨ ਭਰਿਆ ਰਹੂ। ਤੇ ਉਹਦੀ ਸੱਚਾਈ ਪਰ ਖੁਸ਼ ਹੋ ਕੇ ਸਤਿਗੁਰਾਂ ਨੇ ਬਚਨ ਕੀਤਾ, ਘਰ ਜਾ ਕੇ ਕੜਾਹ ਪ੍ਰਸ਼ਾਦ ਕਰਕੇ 3 ਵਾਰੀ ਆਨੰਦ ਸਾਹਿਬ ਦਾ ਪਾਠ ਕਰ ਕਰਕੇ 5 ਸਿੱਖਾਂ ਨੂੰ ਪ੍ਰਸੰਨ ਕਰਕੇ ਛਕਾ ਦੀ, ਫਿਰ ਸੰਗਤ 'ਚ ਵਰਤਾ ਦੀ। ਜਦ ਕਿਸੇ ਕੰਮ ਦੀ ਔਕੜ ਪਵੇ 5 ਕੌਡੀਆਂ ਗੁਰੂ ਨਿਮਿਤ ਰੱਖ ਕੇ ਅਰਦਾਸ ਕਰਿਆ ਕਰੀ, ਸਾਰੇ ਕਾਰਜ ਰਾਸ ਆ ਜਾ ਕਰਨਗੇ। ਧਰਮ ਦੀ ਕ੍ਰਿਤ ਕਰਨੀ ਹੈ, ਝੂਠ ਨਹੀਂ ਬੋਲਣਾ, ਪਰ ਤਨ ਨਹੀਂ ਤੱਕਣਾ। ਇਸਤਰੀ ਨਾਲ ਹਰੇਕ ਕੰਮ ਦੀ ਸਲਾਹ ਕਰਨੀ ਹੈ, ਪਰ ਨਿਰਾਪੁਰਾ ਉਸ ਦੇ ਮਗਰ ਨਹੀਂ ਲੱਗਣਾ। ਚੋਰਾਂ ਤੇ ਹੋਰ ਨਰਈਆਂ ਮੇਹੋਜਾਂ ਨਾਲ ਮਿੱਤਰਤਾ ਨਹੀਂ ਕਰਨੀ। ਹਕੀਮ ਨਾਲ ਬੁਰੇ ਨਹੀਂ ਪੈਣਾ। ਚੋਰ ਬਦਮਾਸ਼ ਜੁਆਰੀਏ ਲੁੱਚੇ ਨਕਲੀਏ ਭੰਡ ਦੇ ਨਾਲ ਲੈਣ ਦੇਣ ਦਾ ਵਿਹਾਰ ਨਹੀਂ ਕਰਨਾ। ਕਦੀ ਨਾਗ ਨਾਂਗੇ ਨਿਰਗੁਣ ਨਿੰਦਕ ਦੇ ਕੋਲ ਨਹੀਂ ਬੈਠਣਾ। ਘਰ ਦੇ ਆਦਮੀ ਦੀ ਨੁਖਾਰ ਨਹੀਂ ਕਰਨੀ। ਨਿਗੁਰਾ ਨਾ ਰਹਿਣ ਦੇਣਾ। ਨਿਸ਼ਕਪਟ ਵਿਹਾਰ ਕਰਨਾ। ਨਿਰਭੈ ਰਹਿਣਾ ਹੈ। ਧਰਮ ਯੁੱਧ ਤੋਂ ਪਿੱਛੇ ਨਹੀਂ ਹਟਣਾ ਹੈ। ਅੰਮ੍ਰਿਤ ਖੰਡੇ ਦਾ ਸਿਦਕੀ ਸਿਦਕ ਸੂਰਬੀਰਾਂ ਕੋਲੋਂ ਛਕਣਾ। ਜੰਮਣ ਮਰਨ ਵਿਆਹ ਮੁਕਲਾਵਾ ਸਭ ਕਾਰਜ ਗੁਰੂ ਰੀਤੀ ਦੇ ਮੁਤਾਬਕ ਕਰਨੇ। ਵਾਹਿਗੁਰੂ ਦੇ ਭਾਣੇ ਵਿੱਚ ਬਿਨਾਂ ਸੰਤਾਨ ਇਸਤਰੀ ਹੋ ਜਾਵੇ। 1.25 ਮਹੀਨੇ ਪਿੱਛੋਂ ਅਧਿਕਾਰ ਅਨੁਸਾਰ ਪੁਰਖ ਦੇ ਨਾਲ ਅਧਿਕਾਰੀ ਨਾਲ ਜਿਸ ਨੂੰ ਪਸੰਦ ਕਰੇ ਆਨੰਦ ਪੜ੍ਹਾ ਦੇਣਾ। ਇਹ ਸਿੱਖ ਲਈ 9 ਲੜਕੇ ਲੜਕੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਅਨੁਸਾਰ ਰੱਖਣਾ। ਕੰਨਿਆਂ ਨੂੰ ਜਥਾ ਜੋਗ ਬਸਤਰ ਗਹਿਣੇ ਪਹਿਨਾ ਕੇ ਗਰੀਬ ਸਿੱਖ ਦੇ ਬੇਟੇ ਨੂੰ ਗੁਣੀ ਨੂੰ ਦੇਣੀ ਹੈ। ਅਸਿੱਖ ਤੇ ਹੰਕਾਰੀ ਨੂੰ ਨਹੀਂ ਦੇਣੀ। ਸਿੱਖ ਉੱਤੇ ਵਾਰ ਨਹੀਂ ਕਰਨਾ। ਸਿੱਖ ਦਾ ਬੁਰਾ ਨਹੀਂ ਚਿਤਵਣਾ। ਪਰਮੇਸ਼ਰ ਨੂੰ ਹਾਜ਼ਰ ਹਜ਼ੂਰ ਆਪਣੇ ਕਰਮਾਂ ਦਾ ਸਾਖੀ ਸਮਝ ਕੇ
ਉਹ ਕੰਮ ਕਰਨਾ ਜੀ ਤੋਂ ਲੋਕ ਤੇ ਪ੍ਰਲੋਕ ਵਿੱਚ ਸੁਰਖਰਾਈ ਬਣੀ ਰਹੇ। ਮਜ਼ਦੂਰੀ ਕਰ ਲੈਣੀ ਪਰ ਧੀ ਭੈਣ ਦਾ ਪੈਸਾ ਨਹੀਂ ਖਾਣਾ। ਪੁੱਤਰ ਇਸਤਰੀ ਧਨ ਧਾਮ ਸਭ ਮਾਇਆ ਈਸ਼ਵਰ ਦੀ ਸਮਝ ਕੇ ਆਪ ਨੂੰ ਕੇਵਲ ਰਖਵਾਲਾ ਤੇ ਵਰਤਣ ਵਾਲਾ ਮੰਨਣਾ ਹੈ। ਜਿਵੇਂ ਦਾਏ ਪਰਾਏ ਪੁੱਤਰ ਨੂੰ ਭਾਵੇਂ ਮਾਪਿਆਂ ਨਾਲੋਂ ਵੱਧ ਮੋਹ ਰੱਖ ਕੇ ਪਾਲਦੇ ਆ ਪਰ ਦਿਲੋਂ ਪਰਾਇਆ ਮੰਨਦੇ ਆ ਤੇ ਜਦੋਂ ਜਾਂਦਾ ਦਿਲੋਂ ਦੁਖੀ ਨਹੀਂ ਹੁੰਦੇ। ਭਾਈ ਸਿੱਖੋ, ਗੁਰੂ ਕੇ ਸਿੱਖਾਂ ਨੂੰ ਸਿੱਖੀ ਧਰਮ ਪੂਰਾ ਪਾਲਣਾ ਯੋਗ ਹੈ। ਸਿੱਖ ਹੋ ਕੇ ਸਿਰ ਨਹੀਂ ਮਨਾਉਣਾ ਤੇ ਇਸ ਤਰ੍ਹਾਂ ਮਾੜੇ ਜਿਹੜੇ ਨੀਚਾਂ ਨਾਲ ਵਣਜ ਵਿਹਾਰ, ਵੇਸ਼ਿਆ ਪਰ ਨਾਰੀ ਨਾਲ ਪ੍ਰੀਤ ਨਹੀਂ ਕਰਨੀ, ਆਪਣੀ ਵਡਿਆਈ ਆਪ ਨਹੀਂ ਕਰਨੀ, ਨਿਆਂ ਕਰਨ ਲੱਗੇ ਕਿਸੇ ਦਾ ਪੱਖਪਾਤ ਨਹੀਂ ਕਰਨਾ, ਕੁੱਠਾ ਤਮਾਕੂ ਨਹੀਂ ਵਰਤਣਾ, ਕੇਸ ਨਹੀਂ ਕਟਾਉਣੇ। ਇਹ ਉਪਦੇਸ਼ ਤੇ ਰਹਿਤ ਸੁਣ ਕੇ ਧਿਆਨ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਦਿਨ ਤੋਂ ਮੈਂ ਆਪ ਜੀ ਦੇ ਬਚਨ ਅਨੁਸਾਰ ਰਹਿਤ ਮਰਿਆਦਾ ਧਾਰਨ ਕਰ ਗੋਪਾਲ ਦਾਸ ਤੋਂ ਸਿੱਖੀ ਧਰਮ ਦਾ ਬਚਨ ਲਿਆ, ਉਸ ਦਿਨ ਤੋਂ 7 ਦਿਨ ਪਿੱਛੋਂ ਇੱਕ ਦੇਗੰਬਰ ਜਿਹੜਾ ਮੋਹਰਾਂ ਦਾ ਭਰਿਆ ਹੋਇਆ ਦੇਗਾ, ਵੱਡਾ ਦੇਗੰਬਰ, ਉਹ ਖੇਤਾਂ ਵਿੱਚੋਂ ਮੈਨੂੰ ਲੱਭਿਆ, ਜਿਸ ਦੇ ਪ੍ਰਤਾਪ ਨਾਲ ਮੇਰੇ ਘਰ 9 ਨਿੱਧਾਂ 12 ਸਿੱਧਾਂ ਸਮਰਿੱਧ ਹੋ ਗਈਆਂ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।